दुखांत थोड़ा जिहा है कि इस भैन नूं ना तां सुणदा है और ना ही ये भैन बोल सकती है, पर इसदे दिमागी शक्ति इन्नी तेज है कि चैस दे विच लगभग 7 ਵੱਖ-ਵੱਖ ਮੁਲਕਾਂ ਦੇ ਵਿੱਚੋਂ 골ਡ ਮੈਡਲ ਜਿੱਤ ਚੁੱਕੀ ਹੈ। ਔਰ ਜੇ ਦੇਸ਼ ਦੀ ਗੱਲ ਕੀਤੀ ਜਾਵੇ ਤਾਂ ਦੇਸ਼ ਦੇ ਵਿੱਚੋਂ ਨੈਸ਼ਨਲ ਅਵਾਰਡ ਤੱਕ ਵੀ ਇਸ ਭੈਣ ਨੂੰ ਦਿੱਤਾ ਗਿਆ। ਜਦੋਂ ਇਹ ਭੈਣ ਸਰਕਾਰ ਦੇ ਦਰਬਾਰ ਤੇ ਨੌਕਰੀ ਦੇ ਲਈ ਜਾਂਦੀ ਹੈ ਤਾਂ ਇਸ ਦੀ ਫਾਈਲ ਨੂੰ ਪੂਰੀ ਤਰ੍ਹਾਂ ਦੇ ਨਾਲ ਇਗਨੋਰ ਕਰ ਦਿੱਤਾ ਜਾਂਦਾ, ਜਿਸ ਤੋਂ ਬਾਅਦ ਇਹ ਪਰਿਵਾਰ ਬੇहद ਨਿਰਾਸ਼ਾ ਦੇ ਵਿੱਚ ਹੈ। ਜਿਹੜੀ ਵੀ ਨੌਕਰੀ ਜਾਂ ਕੈਸ਼ ਅਵਾਰਡ ਦੇ ਲਈ ਐਲੀਜੀਬਲ ਹੈਗੇ ਨੇ ਉਹ ਨਾਰਮਲ ਕੈਟਾਗਰੀ ਵਾਲੇ ਹੈਗੇ ਨੇ ਔਰ ਪੈਰਾ ਵਾਲੇ ਹੈਗੇ ਨੇ। ਜਿਹੜੇ ਗੂੰਗੇ ਬੋਲੇ ਬੱਚੇ ਨੇ ਜਾਂ ਖਿਡਾਰੀ ਨੇ ਉਹ ਕੋਈ ਵੀ ਉਹਨਾਂ ਦਾ ਕੋਈ ਸਾਡੇ ਤੇ ਹੱਕ ਨਹੀਂ ਬਣਦਾ, ਨਾ ਹੀ ਉਹਨਾਂ ਦੇ ਲਈ ਕੋਈ ਪਾਲਿਸੀ ਹੈ। यूनीफॉर्म इंडिया की पाई है, बहुत सारे मैडल जिते है, देश नूं रिप्रजेंट किया है। पहला किस तरीके महसूस करते होंगे सी जो देश नूं रिप्रजेंट करते थे, मैडल लैके आते थे जां कंपीट करते थे, और अज की महसूस कर रहे हो? ਬਾਅਦ ਦੇ ਵਿੱਚ ਜਦੋਂ ਬਾਹਰ ਜਾਂਦੇ ਨੇ ਉਦੋਂ ਸਰਕਾਰ ਮੂੰਹ ਦੇਖਦੀ ਹੁੰਦੀ ਹੈ, ਟੀਵੀ ਦੇਖਦੀ ਹੁੰਦੀ ਕਿ ਉਧਰੋਂ ਜਾ ਕੇ ਕੋਈ ਮੈਡਲ ਆਏਗਾ ਮੈਡਲ ਆਏਗਾ, ਤੇ ਜਦੋਂ ਜਿਹੜੇ ਬੱਚੇ ਮੈਡਲ ਲੈ ਕੇ ਆਉਂਦੇ ਉਹਨਾਂ ਨੂੰ ਪੁੱਛਦੇ ਹੀ ਕੋਈ ਨਹੀਂ ਤੂੰ ਕਿੱਥੋਂ ਆਈ ਹੈ। ਤੇ ਇਹ ਕਹਿੰਦੀ ਸੀ ਕਿ ਮੈਂ ਪੰਜਾਬ ਦੇ ਵਿੱਚੋਂ ਆਈ ਹੋਈ ਹਾਂ, ਮੈਂ ਪੰਜਾਬਣ ਹੈਗੀ ਹਾਂ। ਇਹਨੂੰ ਇੱਕ ਮਾਣ ਹੁੰਦਾ ਸੀ ਆਪਣੇ ਪੰਜਾਬਣ ਹੋਣ ਦੇ ਉੱਤੇ, ਜਦ ਕਿ ਅੱਜ ਉਹਨੂੰ ਤੁਸੀਂ ਦੇਖ ਰਹੇ ਹੋ ਕਿ ਉਹਦੇ ਕੋਲੋਂ ਬੱਚੇ ਕੋਲੋਂ ਗੱਲ ਵੀ ਨਹੀਂ ਹੋ ਰਹੀ। ਔਰ ਇਹ ਬੜੀ ਖੁਸ਼ੀ ਦੀ ਗੱਲ ਹੈ, ਇਹ ਨਾਰਮਲ ਬੱਚੇ ਪੰਜਾਬ ਦੀ ਵਿਨਰ ਵੀ ਰਹੀ ਹੈ, ਯਾਨੀ 골ਡ ਮੈਡਲ ਪੰਜਾਬ ਦੇ ਨਾਰਮਲ ਬੱਚਿਆਂ ਦੇ ਵਿੱਚੋਂ ਵੀ ਜਿੱਤਿਆ ਹੈ। ਰਾਣਾ ਸੋਢੀ ਸਰ ਨੇ ਕਿਹਾ ਸੀ ਕਿ ਬੱਚੇ ਤੈਨੂੰ ਬਣਦਾ ਹੋਇਆ ਹੱਕ ਦਿਆਂਗੇ, ਤੈਨੂੰ ਕੈਸ਼ ਅਵਾਰਡ ਦਿਆਂਗੇ, ਤੈਨੂੰ ਨੌਕਰੀ ਦਿਆਂਗੇ। ਕਿ ਉਹਨਾਂ ਨੇ ਲਾਰੇ ਕਿਉਂ ਲਗਾਏ ਬੱਚੇ ਦੇ ਨਾਲ, ਬੱਚੇ ਦੇ ਸੈਂਟੀਮੈਂਟਸ ਨਾਲ ਖੇਲਿਆ। ਅੱਗੇ ਕੋਸ਼ਿਸ਼ ਕਰੋਗੇ ਨੌਕਰੀ ਲਈ ਕਾਨੂੰਨੀ ਰਾਹ ਦੇ ਉੱਤੇ ਜਾਣਾ ਪਿਆ, ਜਾਂ ਗੇਮ ਨੂੰ ਕਿਸ ਤਰੀਕੇ ਦੇ ਨਾਲ ਲਾਓਗੇ? ਹੁਣ ਗੇਮ ਤੋਂ ਮਨ ਨਿਰਾਸ਼ ਤਾਂ ਨਹੀਂ ਹੁੰਦਾ? ਸਤਿ ਸ਼੍ਰੀ ਅਕਾਲ, ਹਮਦਰਦ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਸੁਖਵਿੰਦਰ ਸਿੰਘ। ਸਰਕਾਰਾਂ ਕਹਿੰਦੀਆਂ ਨੇ ਕਿ ਅਸੀਂ ਚੰਗੇ ਪਲੇਅਰ ਬਣਾਉਣੇ ਨੇ, ਸੂਬੇ ਦੇ ਵਿੱਚੋਂ ਨਸ਼ਾ ਖਤਮ ਕਰ ਦੇਣਾ ਹੈ, ਪਰ ਜਿਹੜੇ ਚੰਗੇ ਪਲੇਅਰ ਨੇ ਉਹਨਾਂ ਨੂੰ ਸਰਕਾਰ ਦੇ ਅਜਿਹੇ ਰਵੱਈਏ ਦਾ ਸ਼ਿਕਾਰ ਹੋਣਾ ਪੈ ਰਿਹਾ ਕਿ ਅੱਜ ਉਹ ਨਾ ਸਿਰਫ ਆਪਣੀ ਕੀਤੀ ਹੋਈ ਮਿਹਨਤ ਤੇ ਪਛਤਾ ਰਹੇ ਨੇ, ਬਲਕਿ ਜਿਹੜੇ ਇੰਟਰਨੈਸ਼ਨਲ ਲੈਵਲ ਦੇ ਉੱਤੇ 골ਡ ਮੈਡਲ ਵੀ ਜਿੱਤੇ ਨੇ ਉਹਨਾਂ ਦੀ ਵੀ ਉਹਨਾਂ ਦੇ ਲਈ ਹੁਣ ਕੋਈ ਵੈਲਿਊ ਨਹੀਂ ਮਹਿਸੂਸ ਹੋ ਰਹੀ। ਇੱਕ ਭੈਣ ਸਾਡੇ ਨਾਲ ਬੈਠੀ ਹੈ, ਮਲਿਕਾ ਹਾਂਡਾ, ਇੰਟਰਨੈਸ਼ਨਲ ਚੈਸ ਦੀ ਪਲੇਅਰ ਹੈ। ਦੁਖਾਂਤ ਥੋੜਾ ਜਿਹਾ ਹੈ ਕਿ ਇਸ ਭੈਣ ਨੂੰ ਨਾ ਤਾਂ ਸੁਣਦਾ ਹੈ ਔਰ ਨਾ ਹੀ ਇਹ ਭੈਣ ਬੋਲ ਸਕਦੀ ਹੈ, ਪਰ ਇਸਦੇ ਦਿਮਾਗੀ ਸ਼ਕਤੀ ਇੰਨੀ ਤੇਜ਼ ਹੈ ਕਿ ਚੈਸ ਦੇ ਵਿੱਚ ਲਗਭਗ 7 ਵੱਖ-ਵੱਖ ਮੁਲਕਾਂ ਦੇ ਵਿੱਚੋਂ 골ਡ ਮੈਡਲ ਜਿੱਤ ਚੁੱਕੀ ਹੈ। ਔਰ ਜੇ ਦੇਸ਼ ਦੀ ਗੱਲ ਕੀਤੀ ਜਾਵੇ ਤਾਂ ਦੇਸ਼ ਦੇ ਵਿੱਚੋਂ ਨੈਸ਼ਨਲ ਅਵਾਰਡ ਤੱਕ ਵੀ ਇਸ ਭੈਣ ਨੂੰ ਦਿੱਤਾ ਗਿਆ। ਪਰ ਅੱਜ ਜਦੋਂ ਇਹ ਭੈਣ ਸਰਕਾਰ ਦੇ ਦਰਬਾਰ ਤੇ ਨੌਕਰੀ ਦੇ ਲਈ ਜਾਂਦੀ ਹੈ ਤਾਂ ਇਸ ਦੀ ਫਾਈਲ ਨੂੰ ਪੂਰੀ ਤਰ੍ਹਾਂ ਦੇ ਨਾਲ ਇਗਨੋਰ ਕਰ ਦਿੱਤਾ ਜਾਂਦਾ, ਜਿਸ ਤੋਂ ਬਾਅਦ ਇਹ ਪਰਿਵਾਰ ਬੇहद ਨਿਰਾਸ਼ਾ ਦੇ ਵਿੱਚ ਹੈ। ਮਲਿਕਾ ਹੋਰਾਂ ਦੇ ਮਾਤਾ ਜੀ ਔਰ ਪਿਤਾ ਜੀ ਸਾਡੇ ਨਾਲ ਨੇ, ਮਲਿਕਾ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਦੀ ਮਾਤਾ ਜੀ ਦੇ ਜ਼ਰੀਏ। ਪਹਿਲਾਂ ਆਂਟੀ ਜੀ, ਮੈਂ ਜਾਣਨਾ ਚਾਹੂੰਗਾ, ਨੌਕਰੀ ਲੈਣ ਦੇ ਲਈ ਗਏ ਸੀਗੇ, ਇੰਟਰਨੈਸ਼ਨਲ ਪਲੇਅਰ ਹੈ ਤੁਹਾਡੀ ਧੀ ਚੈਸ ਦੀ, ਔਰ ਕੀ ਜਵਾਬ ਮਿਲਿਆ ਸਰਕਾਰ ਤੋਂ? ਸਰਕਾਰ ਨੇ ਇਹੀ ਕਿਹਾ ਹੈ ਕਿ ਜਿਹੜੀ ਵੀ ਨੌਕਰੀ ਜਾਂ ਕੈਸ਼ ਅਵਾਰਡ ਦੇ ਲਈ ਐਲੀਜੀਬਲ ਹੈਗੇ ਨੇ ਉਹ ਨਾਰਮਲ ਕੈਟਾਗਰੀ ਵਾਲੇ ਹੈਗੇ ਨੇ ਔਰ ਪੈਰਾ ਵਾਲੇ ਹੈਗੇ ਨੇ। ਜਿਹੜੇ ਗੂੰਗੇ ਬੋਲੇ ਬੱਚੇ ਨੇ ਜਾਂ ਖਿਡਾਰੀ ਨੇ ਉਹ ਕੋਈ ਵੀ ਉਹਨਾਂ ਦਾ ਕੋਈ ਸਾਡੇ ਤੇ ਹੱਕ ਨਹੀਂ ਬਣਦਾ, ਨਾ ਹੀ ਉਹਨਾਂ ਦੇ ਲਈ ਕੋਈ ਪਾਲਿਸੀ ਹੈ। ਅੱਛਾ, ਇਹ ਤੁਸੀਂ ਸਾਰੇ ਫੈਮਿਲੀ ਗਏ ਸੀਗੇ, ਕਿਹਨਾਂ ਨੂੰ ਮਿਲੇ ਸੀ ਉੱਥੇ ਜਾ ਕੇ? ਮੈਂ ਨਹੀਂ ਸੀ ਗਈ, ਇਹਦੇ ਪਾਪਾ ਤੇ ਇਹਦੇ ਭਈਆ ਇਹਦੇ ਨਾਲ ਗਏ ਸੀ। ਅਸੀਂ ਡਾਇਰੈਕਟਰ ਆਫ ਸਪੋਰਟਸ ਨੂੰ ਖਰਬੰਦਾ ਸਰ ਹੈ ਉਹਨਾਂ ਨੂੰ ਮਿਲੇ ਸੀਗੇ, ਔਰ ਉਹਨਾਂ ਦੀ ਫੋਨ ਆਇਆ ਸੀ ਸਾਨੂੰ ਪਹਿਲੇ ਕਿ ਮਲਿਕਾ ਦੇ ਸਰਟੀਫਿਕੇਟਸ ਵਗੈਰਾ ਲੈ ਕੇ ਆਓ ਤੁਸੀਂ, ਅਸੀਂ ਦੇਖੀਏ ਕਿ ਇਹਦੇ ਲਈ ਕੀ ਬਣਦਾ ਹੋਇਆ, ਇਹਦੇ ਲਈ ਕੈਸ਼ ਅਵਾਰਡ ਬਣਦਾ ਹੈ ਜਾਂ ਕੀ ਬਣਦਾ ਹੈਗਾ। ਤੇ ਅਸੀਂ ਉਸ ਬੁਲਾਵੇ ਦੇ ਉੱਤੇ ਉੱਥੇ ਗਏ ਸੀਗੇ, ਤੇ ਜਦ ਕਿ ਜਦੋਂ ਉੱਥੇ ਜਾ ਕੇ ਸਾਨੂੰ ਹਰਾਸਮੈਂਟ ਹੀ ਸਾਡੇ ਪੱਲੇ ਪਈ ਹੈ।
ਅੱਛਾ ਆਂਟੀ, ਕਿਹੜੀ ਕੰਟਰੀਜ਼ ਦੇ ਵਿੱਚ ਮਲਿਕਾ ਹੁਣ ਤੱਕ ਖੇਡ ਚੁੱਕੇ ਨੇ ਔਰ ਚੈਸ ਦੇ ਵਿੱਚ ਬਹੁਤ ਸਾਰੇ 골ਡ ਮੈਡਲ ਵੀ ਜਿੱਤੇ ਨੇ ਇਹਨਾਂ ਨੇ ਔਰ ਸਿਲਵਰ ਮੈਡਲ ਵੀ ਜਿੱਤੇ ਨੇ? ਹਾਂਜੀ, ਮਲਿਕਾ 2015 ਤੋਂ ਲਗਾਤਾਰ ਇੰਟਰਨੈਸ਼ਨਲ ਲੈਵਲ ਦੇ ਉੱਤੇ ਜਾ ਕੇ 2015 'ਚੋਂ ਇਹਨੇ 골ਡ ਲਿਆ ਸੀ, ਫਿਰ ਉਦੋਂ ਹੀ ਇਹਨੇ ਇੱਕ ਸਿਲਵਰ ਮੈਡਲ ਵੀ ਲਿਆ ਸੀ। 2016 ਦੇ ਵਿੱਚੋਂ ਇਹ ਇੰਡੀਆ ਦੀ ਪਹਿਲੀ ਲੜਕੀ ਸੀ ਜਿਹਨੇ ਏਸ਼ੀਆ 'ਚੋਂ ਵੀ 골ਡ ਲਿਆ, ਤੇ 2016 ਦੇ ਵਿੱਚ ਅਰਮੀਨੀਆ ਦੇ ਵਿੱਚ ਵਰਲਡ ਦੇ ਵਿੱਚੋਂ ਇਹ 골ਡ ਮੈਡਲ ਲੈ ਕੇ ਆਈ ਸੀ, ਔਰ ਬਲਿਟਸ ਮੈਡਲ ਉਸੇ ਬਲਿਟਸ ਦੇ ਵਿੱਚੋਂ ਸਿਲਵਰ ਮੈਡਲ ਵੀ ਲੈ ਕੇ ਆਈ। 2017 ਦੇ ਵਿੱਚ ਇਹ ਫਿਡੇ ਓਲੰਪੀਆਡ ਖੇਡਣ ਗਈ ਸੀਗੀ ਡਿਸੇਬਲ ਕੈਟੇਗਰੀ ਦੇ ਵਿੱਚ, ਉਹਦੇ ਵਿੱਚ ਵੀ ਮਲਿਕਾ ਨੇ ਸਿਲਵਰ ਮੈਡਲ ਲਿਆ ਸੀ। ਫਿਰ ਬਾਅਦ ਦੇ ਵਿੱਚ ਇਹਨੇ ਇੰਗਲੈਂਡ ਦੇ ਵਿੱਚ ਫਿਡੇ ਓਲੰਪੀਆਡ ਖੇਡਣ ਗਈ ਸੀ, ਜਿੰਦੇ 'ਚੋਂ ਮਲਿਕਾ ਸੈਕਿੰਡ ਪੋਜੀਸ਼ਨ ਆਈ ਸੀ ਮਲਿਕਾ ਦੀ ਵਰਲਡ ਡੈਫ ਫਿਡੇ ਓਲੰਪੀਆਡ ਦੇ ਵਿੱਚ, ਜਿੰਦੇ 'ਚ ਰਸ਼ੀਆ ਦੀ ਪਹਿਲੇ ਨੰਬਰ 'ਤੇ ਸੀ ਤੇ ਤੀਜੇ ਨੰਬਰ 'ਤੇ ਵੀ ਰਸ਼ੀਆ ਸੀ। ਆਪਣੀ ਮਲਿਕਾ ਉੱਥੇ ਸੈਕਿੰਡ ਆਈ ਸੀ, ਜਿੰਦੀ ਕਰਕੇ ਬਹੁਤ ਜ਼ਿਆਦਾ ਮਲਿਕਾ ਨੂੰ ਉਸ ਟਾਈਮ ਦੇ ਉੱਤੇ ਆਪਣੀ ਗੇਮ ਤੇ ਆਪਣੇ ਜੋ ਵੀ ਉਹਦਾ ਪੈਸ਼ਨ ਸੀ ਬੜਾ ਜ਼ਿਆਦਾ ਖੁਸ਼ੀ ਹੁੰਦੀ ਸੀਗੀ। ਅੱਛਾ, ਜਿਵੇਂ ਹੁਣ ਇੰਡੀਆ ਨੂੰ ਰਿਪਰੈਜ਼ੈਂਟ ਕਰਦੇ ਨੇ, ਯੂਕੇ ਦੇ ਵਿੱਚ ਵੀ ਮੈਡਲ ਜਿੱਤੇ, ਹੋਰ ਅਰਮੀਨੀਆ ਦੇ ਵਿੱਚ ਵੀ 골ਡ ਮੈਡਲ ਜਿੱਤਿਆ, ਤਾਂ ਸਰਕਾਰ ਵੱਲੋਂ ਸੁਭਾਵਿਕ ਤੌਰ ਦੇ ਉੱਤੇ ਖਿਡਾਰੀਆਂ ਨੂੰ ਕੈਸ਼ ਪ੍ਰਾਈਜ਼ ਦੇ ਨਾਲ ਵੀ ਨਿਵਾਜਿਆ ਜਾਂਦਾ ਹੈ ਜਾਂ ਨੌਕਰੀਆਂ ਦੇ ਨਾਲ ਵੀ ਨਿਵਾਜਿਆ ਜਾਂਦਾ ਹੈ। ਨੌਕਰੀ ਵਾਲਾ ਤਾਂ ਕਿੱਸਾ ਹੁਣ ਜਿਹੜਾ ਰੀਸੈਂਟਲੀ ਹੋਇਆ, ਜਿਸ ਤਰੀਕੇ ਦਾ ਰਵੱਈਆ ਸਰਕਾਰ ਦਾ ਸੀਗਾ ਤਾਂ ਉਹ ਬਹੁਤ ਮਾੜਾ ਕਹਿ ਸਕਦੇ ਆਪਾਂ ਵੀ, ਇੱਕ ਪਲੇਅਰ ਦੇ ਨਾਲ ਤੁਸੀਂ ਇਸ ਤਰੀਕੇ ਦਾ ਰਵੱਈਆ। ਕਦੀ ਕੈਸ਼ ਪ੍ਰਾਈਜ਼ ਵੀ ਦਿੱਤਾ ਸਰਕਾਰ ਨੇ? ਕਦੀ ਵੀ ਨਹੀਂ ਜੀ। ਸਰਕਾਰ ਨੂੰ ਅਸੀਂ ਬੜੀ ਵਾਰੀ ਅਪੀਲ ਕੀਤੀ, ਮੀਡੀਆ ਦੇ ਰਾਹੀਂ ਅਸੀਂ ਜਾ ਕੇ ਵੀ ਮਿਲੇ ਹਾਂ ਕਿ ਬੱਚੇ ਨੂੰ ਉਹਦੀ ਗੇਮ ਅੱਗੇ ਵਧਾਉਣ ਲਈ ਤੁਸੀਂ ਕੁਝ ਕੈਸ਼ ਅਵਾਰਡ ਦਿਓ ਜਾਂ ਕੁਝ ਉਹਨੂੰ ਕੋਚ ਹੀ ਦੇ ਦਿਓ, ਇੱਕ ਘੱਟੋ ਘੱਟ ਕੋਚ ਹੀ ਪ੍ਰੋਵਾਈਡ ਕਰ ਦਿਓ, ਤਾਂ ਕਿ ਕਿਉਂਕਿ ਇੱਕ ਬੱਚੇ ਲਈ ਨੈਸ਼ਨਲ ਲੈਵਲ ਔਰ ਇੰਟਰਨੈਸ਼ਨਲ ਦੇ ਵਿੱਚ ਜਾ ਕੇ ਕੰਪੀਟ ਕਰਨਾ, ਦੂਸਰੀਆਂ ਯੂਕਰੇਨ ਇਸ ਟਾਈਮ ਦੇ ਉੱਤੇ ਟੌਪ ਦੇ ਉੱਤੇ ਹੈ, ਜਰਮਨੀ, ਰਸ਼ੀਆ, ਉਹਨਾਂ ਦੇ ਨਾਲ ਜਾ ਕੇ ਲੜਕੀਆਂ ਦੇ ਨਾਲ ਕੰਪੀਟ ਕਰਨਾ ਬਹੁਤ ਮੁਸ਼ਕਲ ਹੈ, ਬਹੁਤ ਜ਼ਿਆਦਾ ਮੁਸ਼ਕਲ ਹੈ ਇੱਕ ਬਗੈਰ ਕੋਚਿੰਗ ਵਾਲੇ ਬੱਚੇ ਲਈ। ਇਹ ਤਾਂ ਸਮਝ ਲਓ ਕਿ ਇਹ ਬੱਚੇ ਦੀ ਹਾਰਡ ਵਰਕ ਹੁੰਦਾ, ਹਾਰਡ ਵਰਕ ਬੋਲਦਾ ਹੈ, ਇਹ ਮੈਡਲ ਨਹੀਂ ਬੋਲ ਰਹੇ, ਉਹਦਾ ਹਾਰਡ ਵਰਕ ਬੋਲ ਰਿਹਾ। ਪਰ ਆਪਣੀ ਸਰਕਾਰ ਨੇ ਅੱਜ ਤੱਕ ਬੱਚੇ ਦੇ ਲਈ ਕੁਝ ਵੀ ਨਹੀਂ ਕੀਤਾ ਹੈਗਾ ਕਿ ਬੱਚੇ ਨੂੰ ਕਮ ਸੇ ਕਮ ਇੱਕ ਕੋਚ ਹੀ ਤੁਸੀਂ ਪ੍ਰੋਵਾਈਡ ਕਰ ਦਿਓ। ਮੈਂ ਬਹੁਤ ਵਾਰੀ ਕਿਹਾ, ਮੈਂ ਸਰਕਾਰ ਨੂੰ ਇਹੀ ਪੁੱਛਣਾ ਚਾਹੁੰਦੀ, ਸਰਕਾਰ ਕਹਿੰਦੀ ਹੈ ਕਿ ਅਸੀਂ ਗੇਮਾਂ ਨੂੰ ਅੱਗੇ ਵਧਾ ਰਹੇ ਹਾਂ, ਇਹਦੀ ਗੇਮ ਕਿੱਥੇ ਖੜੀ ਹੈ? ਇਹਦੀ ਗੇਮ ਤਾਂ ਉੱਥੇ ਦੀ ਉੱਥੇ ਖੜੀ ਹੈ, ਨਾ ਇਹਨੂੰ ਕੋਈ ਕੋਚਿੰਗ ਹੈ, ਨਾ ਕੋਈ ਕੈਸ਼ ਅਵਾਰਡ ਹੈ, ਈਵਨ ਦੈਨ ਇਹਨੂੰ ਜੋਬ ਤੱਕ ਵੀ ਕੋਈ ਪ੍ਰੋਵਾਈਡ ਨਹੀਂ ਕੀਤੀ ਜਾ ਰਹੀ ਹੈਗੀ। ਸਰਕਾਰ ਕਹਿ ਰਹੀ ਹੈ ਕਿ ਬੱਚੇ ਬਹੁਤ ਸਾਡੇ ਪੰਜਾਬ ਦੇ ਨਸ਼ਿਆਂ ਵੱਲ ਜਾ ਰਹੇ ਨੇ। ਮੈਨੂੰ ਕੱਲ ਰਾਤ ਤੋਂ ਇਹੀ ਫੀਲ ਹੋ ਰਿਹਾ ਹੈ ਕਿ ਕਿਉਂ ਬੱਚੇ ਇਹਨਾਂ ਚੀਜ਼ਾਂ ਵੱਲ ਜਾ ਰਹੇ ਨੇ। ਮੈਨੂੰ ਇਹੀ ਫੀਲ ਹੋ ਰਿਹਾ ਕਿ ਸਰਕਾਰ ਦੀ ਅਣਗਹਿਲੀ, ਜਦੋਂ ਬੱਚੇ ਹੁੰਦੇ ਨੇ, ਬੱਚੇ ਹਾਇਰ ਸਟੱਡੀਜ਼ ਕਰ ਲੈਂਦੇ ਨੇ, ਸਭ ਕੁਝ ਕਰ ਲੈਂਦੇ ਨੇ, ਜਦੋਂ ਜੋਬ ਲਈ ਅਪਲਾਈ ਕਰਦੇ ਨੇ ਤੇ ਬੱਚਿਆਂ ਨੂੰ ਜੋਬ ਨਹੀਂ ਮਿਲਦੀ। ਹਰ ਬੱਚਾ ਹਰਾਸਮੈਂਟ ਦਾ ਸ਼ਿਕਾਰ ਹੁੰਦਾ ਹੈ ਔਰ ਹਰ ਬੱਚਾ, ਕੋਈ ਵੀ ਬੱਚਾ ਗਲਤ ਕਦਮ ਚੁੱਕ ਸਕਦਾ ਹੈ, ਗਲਤ ਕਦਮ ਚੁੱਕਿਆ ਜਾਂਦਾ ਕੁੜੀਆਂ ਕੋਲੋਂ ਵੀ, ਮੁੰਡਿਆਂ ਕੋਲੋਂ ਵੀ। ਕਿ ਸਰਕਾਰ ਦਾ ਕੋਈ ਬੱਚਿਆਂ ਲਈ ਹੈ ਨਹੀਂ, ਇਹਨਾਂ ਦਾ ਫਿਊਚਰ ਸਾਰਾ ਸਰਕਾਰ ਖਰਾਬ ਕਰ ਰਹੀ ਹੈ। ਮੈਂ ਤਾਂ ਇਹੀ ਕਹਿ ਰਹੀ ਹਾਂ, ਚਲੋ ਦੂਸਰੇ ਬੱਚੇ, ਇਹ ਜਿਹੜੇ ਗੂੰਗੇ ਬੋਲੇ ਬੱਚੇ ਨੇ, ਇਹਨਾਂ ਦਾ ਕੀ ਫਿਊਚਰ ਕਰ ਰਹੀ ਹੈ ਸਰਕਾਰ? ਕੁਛ ਸਿਕਿਉਰ ਨਹੀਂ ਇਹਨਾਂ ਦਾ ਫਿਊਚਰ। ਅੱਜ ਮਲਿਕਾ ਆਪਣੇ ਲਈ ਨਹੀਂ, ਆਪਣੇ ਵਰਗੇ ਹੋਰਾਂ ਬੱਚਿਆਂ ਲਈ ਵੀ ਖੜੀ ਹੋਏਗੀ। ਸਰਕਾਰ ਨੂੰ ਦਿਖਾਏਗੀ ਕਿ ਅਸੀਂ ਗੂੰਗੇ ਬੋਲੇ ਨਹੀਂ ਗੇ ਹੈਗੇ, ਸਰਕਾਰ ਹੈਗੀ ਹੈ ਬੋਲੀ, ਜਿਹਨੂੰ ਸਾਡੀ ਆਵਾਜ਼ ਸੁਣ ਨਹੀਂ ਰਹੀ ਹੈਗੀ। ਮੈਂ ਆਪਣੇ ਸਾਈਨ ਲੈਂਗੁਏਜ 'ਚ ਜੋ ਵੀ ਕਹਿਣਾ ਕਹਿ ਦਿੱਤਾ ਹੈ, ਪਰ ਸਰਕਾਰ ਇੰਟਰਪ੍ਰੇਟਰ ਰੱਖ ਕੇ ਉਹਦੇ ਮੇਰੇ ਗੱਲਾਂ ਨੂੰ ਸਮਝ ਸਕਦੀ ਹੈ। ਵੈਸੇ ਮੈਂ ਉਹਨਾਂ ਨੂੰ ਲਿਖ ਕੇ ਸਭ ਕੁਝ ਇੰਗਲਿਸ਼ ਦੇ ਵਿੱਚ ਦੱਸ ਸਕਦੀ ਹਾਂ ਕਿ ਮੈਨੂੰ ਕੀ ਮੁਸ਼ਕਲਾਂ ਨੇ, ਕੀ ਮੈਨੂੰ ਪ੍ਰੋਬਲਮ ਆਈਆਂ ਨੇ। ਇਹ ਮੈਡਲ ਐਵੇਂ ਹੀ ਨਹੀਂ ਲਿਆਏ ਜਾਂਦੇ। ਸਰਕਾਰ ਠੀਕ ਹੈ, ਤੁਸੀਂ ਕੁਰਸੀਆਂ ਦੇ ਉੱਤੇ ਬੈਠੇ ਹੋਏ ਹੋ, ਵੋਟਾਂ ਦੇ ਵਿੱਚ ਤੁਹਾਨੂੰ ਚੁਣ ਕੇ ਅਸੀਂ ਬਿਠਾ ਦਿੰਦੇ ਹਾਂ, ਇਹ ਸਾਡੀਆਂ ਗਲਤੀਆਂ ਨੇ ਕਿ ਅਸੀਂ ਅਨਪੜ੍ਹ ਸਰਕਾਰਾਂ ਨੂੰ ਉੱਥੇ ਜਾ ਕੇ ਬਿਠਾਉਂਦੇ ਹਾਂ। ਕਦੀ ਪੰਜਾਬ ਸਰਕਾਰ ਵੱਲੋਂ ਕੋਈ ਮਦਦ ਨਹੀਂ ਮਿਲੀ, ਕਦੀ ਸੈਂਟਰ ਵੱਲੋਂ ਕੋਈ ਮਦਦ ਨਹੀਂ ਮਿਲੀ? ਕੋਈ ਕਿਸੇ ਵੱਲੋਂ ਮਦਦ ਨਹੀਂ ਮਿਲੀ ਹੈਗੀ ਹਾਲੇ ਤੱਕ। ਬੱਚੇ ਦੇ ਮੈਡਲ ਉਸ ਤਰ੍ਹਾਂ ਦੇ ਉਸ ਤਰ੍ਹਾਂ ਹੀ ਧਰੇ ਹੋਏ ਨੇ, ਕੋਈ ਉਹਨਾਂ ਮੈਡਲਾਂ ਨੂੰ ਪਹਿਚਾਣ ਨਹੀਂ ਹੋਈ। ਹਾਂ, 26 ਜਨਵਰੀ ਜਾਂ 15 ਅਗਸਤ ਦੇ ਉੱਤੇ ਜਾ ਕੇ ਉੱਥੇ ਜਾ ਕੇ ਜਦੋਂ ਝੰਡਾ ਲਹਿਰਾਇਆ ਜਾਂਦਾ, ਉਸ ਟਾਈਮ ਤੇ ਬੱਚੇ ਨੂੰ ਐਪਰੀਸ਼ੀਏਸ਼ਨ ਦੇ ਦਿੰਦੇ ਨੇ, ਇੱਕ ਮੈਡਲ ਦੇ ਦਿੰਦੇ ਨੇ, ਬਸ। ਸਰਕਾਰ ਨੇ ਇਸ ਤੋਂ ਵੱਧ ਕੇ ਕੁਝ ਨਹੀਂ ਕੀਤਾ। ਬੱਚੇ ਨਾਲ ਕੋਈ ਰੋਜ਼ੀ ਰੋਟੀ ਨਹੀਂ ਚੱਲਦੀ ਉਹਦੇ ਨਾਲ? ਦੱਸੋ ਜੀ, ਅਸੀਂ ਬੱਚੇ ਦੇ ਉੱਤੇ ਲੱਖਾਂ ਰੁਪਇਆ ਖਰਚ ਕੀਤਾ ਹੋਇਆ, ਇਹਦੇ ਟੂਰਨਾਮੈਂਟਾਂ ਉੱਤੇ ਜਾ ਕੇ ਇਹਨੇ ਸਿੱਖਿਆ ਹੈਗਾ ਸਭ ਕੁਝ, ਤੇ ਉਹਦੇ ਨਾਲ ਢਿੱਡ ਨਹੀਂ ਭਰਦਾ ਹੈਗਾ। ਜੋ ਵੀ ਮਜਬੂਰੀਆਂ ਹੈਗੀਆਂ, ਜੋ ਵੀ ਬੱਚੇ ਨੇ ਆਪਣੇ ਆਪ ਨੂੰ ਪ੍ਰੂਵ ਕੀਤਾ, ਉਹਨੇ ਡਿਸੇਬਿਲਟੀ ਨੂੰ ਸਾਈਡ ਦੇ ਉੱਤੇ ਰੱਖਿਆ, ਆਪਣਾ ਨੋਰਮਲ ਕੈਟੇਗਰੀ 'ਚ ਵੀ ਜਾ ਕੇ ਕੰਪੀਟ ਕੀਤਾ। ਇੱਕ ਬੱਚੇ ਦਾ ਹੌਸਲਾ ਹੈ, ਉਹਦੇ ਹੌਸਲੇ ਨੂੰ ਅਫਜਾਈ ਕਰਨ ਦੀ ਬਜਾਏ ਉਹਨੂੰ ਤੁਸੀਂ ਨਿਰਾਸ਼ਾ ਵੱਲ ਧਕੇਲ ਰਹੇ ਹੋ। ਇਹ ਮੈਂ ਸਰਕਾਰ ਦੇ ਨਹੀਂ ਹੋਣ ਦੇਣਾ। ਮੈਂ ਉਹਦੀ ਐਜ਼ ਏ ਮਦਰ, ਮੈਂ ਸਰਕਾਰ ਨੂੰ ਮੈਂ ਅਪੀਲ ਕਰ ਰਹੀ ਹਾਂ
ਹਾਂ ਕਿ ਮੇਰੇ ਬੱਚੇ ਦਾ ਬੰਦਾ ਹੋਇਆ ਹੱਕ ਦਿਓ, ਨਹੀਂ ਤਾਂ ਮੈਂ ਉਸ ਬੱਚੇ ਦੇ ਰਾਈਟ ਲਈ ਜਿੱਥੇ ਤੱਕ ਵੀ ਜਾਣਾ ਹੋਏਗਾ ਮੈਂ ਜਾਵਾਂਗੀ ਆਪਣੇ ਬੱਚੇ ਦੇ ਨਾਲ। ਜੇ ਉਸ ਬੱਚੇ ਨੇ ਅੱਜ ਇੰਨੀ ਮਿਹਨਤ ਕਰਕੇ ਨੈਸ਼ਨਲ ਇੰਟਰਨੈਸ਼ਨਲ ਦੇ ਵਿੱਚ ਜਾ ਕੇ ਹਜ਼ਾਰਾਂ ਖਿਲਾੜੀਆਂ ਨੂੰ ਉੱਥੇ ਮਾਤ ਦਿੱਤੀ ਏ, ਤੇ ਅੱਜ ਸਰਕਾਰ ਦੀ ਵਾਰੀ ਏ। ਜੇ ਸਰਕਾਰ ਨੇ ਕੁਝ ਨਾ ਕੀਤਾ ਤੇ ਮੇਰੇ ਕੋਲੋਂ ਘਰ ਚੁੱਪ ਕਰਕੇ ਨਹੀਂ ਜੇ ਬੈਠਿਆ ਜਾਣਾ ਬਸ। ਬਿਲਕੁਲ ਕਾਨੂੰਨੀ ਲੜਾਈ ਲੜੋਗੇ ਇਸ ਨੌਕਰੀ ਲਈ? ਜ਼ਰੂਰ ਜੀ, ਜ਼ਰੂਰ। ਮੈਂ ਆਪਣੇ ਬੱਚੇ ਲਈ ਸਭ ਕੁਝ ਕਰਨ ਲਈ ਤਿਆਰ ਹਾਂ। ਜੇ ਬੱਚੇ ਨੇ ਸਾਡੇ ਲਈ ਸਭ ਕੁਝ ਕਰਕੇ ਦਿਖਾਤਾ, ਉਹਨੇ ਪ੍ਰੂਵ ਕਰਤਾ ਮੈਂ ਗੁੰਗੀ ਬੋਲੀ ਨਹੀਂ ਗੀ ਹੈਗੀ, ਮੈਂ ਕੁਝ ਕਰ ਸਕਦੀ ਹਾਂ। ਉਹਨੇ ਸਭ ਕੁਝ ਸਰਕਾਰ ਦੇ ਕਹਿਣ ਦੇ ਉੱਤੇ ਰਾਣਾ ਸੋਢੀ ਸਰ ਨੇ ਕਿਹਾ ਸੀ ਕਿ ਬੱਚੇ ਤੈਨੂੰ ਬਣਦਾ ਹੋਇਆ ਹੱਕ ਦਿਆਂਗੇ, ਤੈਨੂੰ ਕੈਸ਼ ਅਵਾਰਡ ਦਿਆਂਗੇ, ਤੈਨੂੰ ਨੌਕਰੀ ਦਿਆਂਗੇ। ਕਿ ਉਹਨਾਂ ਨੇ ਲਾਰੇ ਕਿਉਂ ਲਗਾਏ ਬੱਚੇ ਦੇ ਨਾਲ, ਬੱਚੇ ਦੇ ਸੈਂਟੀਮੈਂਟਸ ਨਾਲ ਖੇਲਿਆ। ਇਹ ਸਰਕਾਰਾਂ ਦੇ ਉੱਤੇ ਬੈਠੀਆਂ ਹੋਇਆਂ ਨੇ। ਜਿਵੇਂ ਕਦੇ ਪਹਿਲਾਂ ਗੱਲਬਾਤ ਹੋਈ ਸੀਗੀ ਵੀ ਜਿਵੇਂ ਇਹ ਵੀ ਗੱਲ ਆ ਰਹੀ ਹੈ ਵੀ ਗ੍ਰੈਜੂਏਸ਼ਨ ਕਰਨ ਲਈ ਕਿਹਾ ਸੀਗਾ ਵੀ ਗ੍ਰੈਜੂਏਸ਼ਨ ਕਰ ਲੈ ਉਸ ਤੋਂ ਬਾਅਦ ਨੌਕਰੀ ਮਿਲੇ। ਇਸ ਤਰ੍ਹਾਂ ਕਿ ਬੱਚਾ +2 ਤੂੰ ਕੀਤੀ ਹੋਈ ਹੈ, ਤੈਨੂੰ ਪ੍ਰੋਪਰ ਅੱਛੀ ਜੋਬ ਨਹੀਂ ਮਿਲਣੀ, ਜਦ ਕਿ ਤੇਰੇ ਮੈਡਲ ਬਹੁਤ ਵੱਡੇ ਹੈ, ਤੇਰੇ ਕੋਲ ਮੈਡਲ ਬਹੁਤ ਜ਼ਿਆਦਾ ਹਾਈ ਲੈਵਲ ਦੇ ਹੈ। ਤੇ +2 ਦੇ ਬੇਸ ਦੇ ਉੱਤੇ ਜੇ ਤੇਰੀ ਕੁਆਲੀਫਿਕੇਸ਼ਨ ਆਏਗੀ ਤੇ ਉਸ ਟਾਈਮ ਦੇ ਉੱਤੇ ਤੇਰੀ ਜੋਬ ਕੋਈ ਛੋਟੇ ਲੈਵਲ ਦੀ ਮਿਲੇਗੀ। ਤੂੰ ਗ੍ਰੈਜੂਏਸ਼ਨ ਕਰੇਂਗੀ ਤੇ ਤੈਨੂੰ ਬਹੁਤ ਵਧੀਆ ਰੈਂਕ ਦੀ ਜੋਬ ਦਿਆਂਗੇ, ਜਿਹੜੀ ਕਿ ਤੇਰੇ ਲਈ ਸੂਟੇਬਲ ਹੋਏਗੀ ਔਰ ਤੇਰੇ ਮੈਡਲਸ ਦੇ ਨਾਲ ਉਹ ਮੈਚ ਕਰਦੀ ਹੋਏਗੀ। ਜਦ ਕਿ ਹੁਣ ਜਦੋਂ ਮਲਿਕਾ ਗਈ ਹੈ ਔਰ ਉੱਥੋਂ ਕੋਰੀ ਨਾ ਹੋਈ ਹੈ, ਇਹ ਸਾਡੇ ਕੋਲੋਂ ਬਰਦਾਸ਼ਤ ਬਿਲਕੁਲ ਨਹੀਂ ਹੋ ਰਿਹਾ। ਮਲਿਕਾ ਤੋਂ ਮੈਂ ਇੱਕ ਸਵਾਲ ਕਰਨਾ ਚਾਹੁੰਦਾ। ਮਲਿਕਾ, ਯੂਨੀਫਾਰਮ ਇੰਡੀਆ ਦੀ ਪਾਈ ਹੈ, ਬਹੁਤ ਸਾਰੇ ਮੈਡਲ ਜਿੱਤੇ ਹੈ, ਦੇਸ਼ ਨੂੰ ਰਿਪਰੈਜ਼ੈਂਟ ਕੀਤਾ ਹੈ। ਪਹਿਲਾਂ ਕਿਸ ਤਰੀਕੇ ਮਹਿਸੂਸ ਕਰਦੇ ਹੁੰਦੇ ਸੀ ਜਦੋਂ ਦੇਸ਼ ਨੂੰ ਰਿਪਰੈਜ਼ੈਂਟ ਕਰਦੇ ਸੀਗੇ, ਮੈਡਲ ਲੈ ਕੇ ਆਉਂਦੇ ਸੀਗੇ ਜਾਂ ਕੰਪੀਟ ਕਰਦੇ ਸੀਗੇ, ਔਰ ਅੱਜ ਕੀ ਮਹਿਸੂਸ ਕਰ ਰਹੇ ਹੋ? ਜਿੱਤਦੀ ਸੀ ਤੇ ਹੁਣ ਜਦੋਂ ਕਿਆ ਬੱਚਾ ਜ਼ਿਆਦਾ ਉਹਦੇ ਕੋਲੋਂ ਦਰਅਸਲ ਗੱਲ ਵੀ ਨਹੀਂ ਹੋ ਰਹੀ ਇਸ ਟਾਈਮ ਦੇ ਉੱਤੇ। ਤੁਸੀਂ ਫੀਲ ਕਰ ਰਹੇ ਹੋਣੇ ਹੋ ਕਿ ਬੱਚਾ ਕਿੰਨਾ ਡਿਪਰੈਸ ਹੋਇਆ ਹੋਇਆ। ਜਦੋਂ ਇਹ ਬਾਹਰ ਜਾਂਦੀ ਸੀ, ਜਿੱਤ ਕੇ ਆਉਂਦੀ ਸੀ, ਇਹਦੀ ਖੁਸ਼ੀ ਦਾ ਇੰਨਾ ਠਿਕਾਣਾ ਨਹੀਂ ਸੀ ਹੁੰਦਾ। ਉੱਥੇ ਜਾ ਕੇ ਉਹ ਸਾਰੇ ਕਹਿੰਦੇ ਸੀ ਕਿ ਤੇਰਾ ਰੰਗ ਵੀ ਸਾਫ਼ ਹੈ, ਤੂੰ ਕਿੱਥੋਂ ਆਈ ਹੈ? ਤੇ ਇਹ ਕਹਿੰਦੀ ਸੀ ਕਿ ਮੈਂ ਪੰਜਾਬ ਦੇ ਵਿੱਚੋਂ ਆਈ ਹੋਈ ਹਾਂ, ਮੈਂ ਪੰਜਾਬਣ ਹੈਗੀ ਹਾਂ। ਇਹਨੂੰ ਇੱਕ ਮਾਣ ਹੁੰਦਾ ਸੀ ਆਪਣੇ ਪੰਜਾਬਣ ਹੋਣ ਦੇ ਉੱਤੇ, ਜਦ ਕਿ ਅੱਜ ਉਹਨੂੰ ਤੁਸੀਂ ਦੇਖ ਰਹੇ ਹੋ ਕਿ ਉਹਦੇ ਕੋਲੋਂ ਬੱਚੇ ਕੋਲੋਂ ਗੱਲ ਵੀ ਨਹੀਂ ਹੋ ਰਹੀ ਕਿ ਇੰਨਾ ਕੁ ਉਹ ਸਰਕਾਰ ਦੀ ਅਣਗਹਿਲੀ ਦਾ ਸ਼ਿਕਾਰ ਹੋ ਗਈ ਹੈ। ਜਿਹੜਾ ਬੱਚਾ ਖੁਸ਼ੀ ਜਾਂਦਾ ਸੀ ਮੈਂ ਮੈਡਲ ਲੈ ਕੇ ਆਉਣਾ, ਇੱਕ ਡਿਸਾਈਡ ਕਰਕੇ ਜਾਂਦਾ ਸੀ। ਮੈਂ ਤੁਹਾਨੂੰ ਇੱਕ ਵਾਕਿਆ ਸੁਣਾਉਂਦੀ ਹਾਂ। ਏਸ਼ੀਅਨ ਖੇਡਣ ਲਈ ਗਈ ਸੀ ਜਦੋਂ ਪਹਿਲੀ ਵਾਰੀ ਏਸ਼ੀਅਨ ਚੈਂਪੀਅਨਸ਼ਿਪ ਮੰਗੋਲੀਆ ਗਈ ਸੀ ਖੇਡਣ ਲਈ, ਔਰ ਉਸ ਟਾਈਮ ਤੇ ਉੱਤੇ ਇਹਨਾਂ ਨੂੰ ਅਪਰੂਵਲ ਨਹੀਂ ਸੀ ਮਿਲ ਰਹੀ ਬਾਹਰ ਜਾਣ ਦੀ। ਔਰ ਜਦੋਂ ਉਹਨਾਂ ਨੇ ਅਪਰੂਵਲ ਵੱਲੋਂ ਨਾ ਕਰ ਦਿੱਤੀ ਉੱਥੋਂ ਸਾਈਨ ਨੇ ਕਿ ਇਹ ਬੱਚੇ ਜਾ ਕੇ ਬਾਹਰ ਕੁਝ ਨਹੀਂ ਕਰਦੇ ਹੈਗੇ। ਔਰ ਅਸੀਂ ਫਿਰ ਬਾਅਦ 'ਚ ਡੀਜੀ ਸਰ ਨੂੰ ਅਪਰੋਚ ਕੀਤੀ ਕਿ ਸਰ ਠੀਕ ਹੈ, ਪਹਿਲੇ ਬੱਚਿਆਂ ਦਾ ਮੈਂ ਨਹੀਂ ਕਹਿ ਸਕਦੀ, ਪਰ ਇਸ ਬੱਚੇ ਨੇ 6 ਮਹੀਨੇ ਹੋ ਗਏ ਲਗਾਤਾਰ ਘਰੋਂ ਬਾਹਰ ਕਦਮ ਨਹੀਂ ਪੁੱਟਿਆ ਔਰ ਚੈਸ ਕਰ ਰਹੀ ਹੈ। ਇੱਕ ਵਾਰੀ ਇਸ ਬੱਚੇ ਨੂੰ ਤੁਸੀਂ ਭੇਜ ਕੇ ਦੇਖੋ, ਤੁਹਾਨੂੰ ਪਹਿਲੀਆਂ 3 ਪੋਜੀਸ਼ਨਾਂ 'ਚੋਂ ਇਹ ਜ਼ਰੂਰ ਲਿਆ ਕੇ ਦੇਗੀ। ਔਰ ਉਹ ਸਰ ਮੇਰੀ ਇਸ ਗੱਲ ਤੋਂ ਔਰ ਬੱਚੇ ਦੀ ਇਸ ਕੌਨਫੀਡੈਂਸ ਤੋਂ ਇੰਨਾ ਕੁ ਇੰਸਪਾਇਰ ਹੋਏ ਕਿ ਉਹਨਾਂ ਨੇ ਉਸੇ ਟਾਈਮ ਦੇ ਉੱਤੇ ਇਹਨਾਂ ਬੱਚਿਆਂ ਨੂੰ ਬਾਹਰ ਭੇਜਣ ਦਾ ਡਿਸੀਜ਼ਨ ਲੈ ਲਿਆ ਔਰ ਉਸੇ ਟਾਈਮ ਦੇ ਉੱਤੇ ਉਹਨਾਂ ਨੇ ਫਾਈਲ ਨੂੰ ਓਕੇ ਕੀਤਾ। ਬਟ ਓਕੇ ਕਰਦਿਆਂ ਉਸ ਟਾਈਮ ਤੇ ਫਲਾਈਟਸ ਨਹੀਂ ਸੀ ਮਿਲ ਰਹੀਆਂ, ਕੁਝ ਨਹੀਂ ਸੀ ਮਿਲ ਰਹੀਆਂ। ਔਰ ਪਹਿਲਾ ਮੈਚ ਇਹਦਾ ਮਿਸ ਹੋ ਰਿਹਾ ਸੀ ਉੱਥੇ ਜਾ ਕੇ। ਇਹਨਾਂ ਨੇ ਯਾਨੀ ਕਿ ਪਹਿਲੇ ਮੈਚ ਤੋਂ ਬਾਅਦ ਪਹੁੰਚਣਾ ਸੀਗਾ, ਦੂਸਰੇ ਮੈਚ ਦੇ ਵਿੱਚ ਪਹੁੰਚਣਾ ਸੀ। ਔਰ ਮਲਿਕਾ ਉਸ ਟਾਈਮ ਦੇ ਉੱਤੇ ਕਹਿ ਰਹੀ ਸੀ ਕਿ ਜੇ ਮੈਂ ਪਹਿਲਾ ਮੈਚ ਨਹੀਂ ਖੇਡਾਂਗੀ, ਇਹ ਇੱਕ ਚੈਸ ਪਲੇਅਰ ਨੂੰ ਪਤਾ ਹੁੰਦਾ ਕਿ ਜਦੋਂ ਅਸੀਂ ਪਹਿਲਾ ਮੈਚ ਨਹੀਂ ਖੇਡਾਂਗੇ ਉਹ ਹਾਰਿਆ ਹੋਇਆ ਮੰਨਿਆ ਜਾਏਗਾ, ਤੇ ਉੱਥੇ ਫਸਟ ਪੋਜੀਸ਼ਨ ਲਿਆਣੀ ਬਹੁਤ ਔਖੀ ਹੋ ਜਾਂਦੀ ਬੱਚੇ ਦੇ ਲਈ। ਤੇ ਮਲਿਕਾ ਉਸ ਟਾਈਮ ਤੇ ਇਹ ਕਹਿ ਰਹੀ ਸੀ ਕਿ ਮੇਰੀ ਤਿਆਰੀ ਤੇ ਫਸਟ ਪੋਜੀਸ਼ਨ ਦੀ ਹੈ, ਇਹ ਹੁਣ ਮੈਂ ਮੈਚ ਨਹੀਂ ਖੇਲ ਪਾਵਾਂਗੀ ਲੇਟ ਉੱਥੇ ਪਹੁੰਚਣ ਕਰਕੇ, ਤੇ ਇਹ ਕਿਸ ਤਰ੍ਹਾਂ ਹੋਏਗਾ। ਮੈਂ ਸੈਕਿੰਡ ਥਰਡ ਲਈ ਮੈਂ ਉੱਥੇ ਨਹੀਂ ਜਾ ਰਹੀ। ਅਸੀਂ ਇਹਨੂੰ ਉਸ ਟਾਈਮ ਤੇ ਕੌਨਫੀਡੈਂਸ ਦਿੱਤਾ, ਤੂੰ ਜਾ ਕੇ ਇੱਕ ਵਾਰੀ ਪਹਿਲੇ ਇੰਟਰਨੈਸ਼ਨਲ 'ਚ ਪਾਰਟੀਸਪੇਟ ਤੇ ਕਰ। ਇਹ ਕਹਿੰਦੀ ਮੈਂ ਤਾਂ ਜਿੱਤਣ ਜਾ ਰਹੀ ਹਾਂ। ਉਸ ਟਾਈਮ ਤੇ ਇਹਨੇ ਵਰਡਿੰਗ ਗਈ। ਮੈਂ ਕਿਹਾ ਚੱਲ ਕੋਈ ਗੱਲ ਨਹੀਂ, ਠੀਕ ਹੈ, ਤੂੰ ਦੇਖ ਜਾ ਕੇ ਉੱਥੇ ਜਾ ਕੇ ਆਪਣਾ ਬੈਸਟ ਦੇਣ ਦੀ ਕੋਸ਼ਿਸ਼ ਕਰੀ। ਔਰ ਇਹਨੇ ਜਾ ਕੇ ਉੱਥੇ ਜਾ ਕੇ ਪਿਛਲੇ ਸਾਰੇ ਹੀ ਮੈਚ ਜਿੱਤੇ ਔਰ ਫਸਟ ਪੋਜੀਸ਼ਨ ਲੈ ਕੇ ਆਈ। ਤੁਸੀਂ ਦੱਸੋ ਉਹ ਬੱਚੇ ਦਾ ਕੀ ਉਹਦੀ ਪਲੈਨਿੰਗਸ ਹੋਣਗੀਆਂ, ਕੀ ਉਹਦੀਆਂ ਫਿਊਚਰ ਪਲੈਨਿੰਗਸ ਹੋਣਗੀਆਂ। ਉਹ ਜਦ ਕਿ ਬੱਚਾ ਇੱਥੋਂ ਪਲਾਨ ਕਰਕੇ ਹੀ ਜਾਂਦਾ ਹੈ ਕਿ ਮੈਂ ਆਪਣੀ ਫਸਟ ਪੋਜੀਸ਼ਨ ਲੈ ਕੇ ਆਣੀ ਹੈ, ਜਦ ਕਿ ਹੁਣ ਪਿੱਛੇ ਜਿਹੀ
ਜੋ ਵੀ ਓਲੰਪਿਕਸ ਹੋਈਆਂ, ਜੋ ਵੀ ਹੋਈਆਂ ਨੇ, ਇਹ ਸਰਕਾਰ 1-2 ਮੈਡਲ ਦੇ ਪਿੱਛੇ ਇੰਨੀ ਖੁਸ਼ ਹੋ ਰਹੀ ਹੈ ਕਿ ਬੱਚੇ ਚਲੋ ਜੀ 1-2 ਮੈਡਲ ਹੀ ਲੈ ਕੇ ਆ ਰਹੇ, ਕਿ ਉਹ ਬੱਚੇ 50-60 ਮੈਡਲ ਨਹੀਂ ਸੀ ਲਿਆ ਸਕਦੇ ਸੀ, ਪਰ ਉਹਨਾਂ ਨੂੰ ਪ੍ਰੋਪਰ ਸਪੋਰਟ ਹੀ ਨਹੀਂ ਹੁੰਦੀ ਗਵਰਨਮੈਂਟ ਵੱਲੋਂ। ਬਾਅਦ ਦੇ ਵਿੱਚ ਜਦੋਂ ਬਾਹਰ ਜਾਂਦੇ ਨੇ ਉਦੋਂ ਸਰਕਾਰ ਮੂੰਹ ਦੇਖਦੀ ਹੁੰਦੀ ਹੈ, ਟੀਵੀ ਦੇਖਦੀ ਹੁੰਦੀ ਕਿ ਉਧਰੋਂ ਜਾ ਕੇ ਕੋਈ ਮੈਡਲ ਆਏਗਾ, ਤੇ ਜਦੋਂ ਜਿਹੜੇ ਬੱਚੇ ਮੈਡਲ ਲੈ ਕੇ ਆਉਂਦੇ ਉਹਨਾਂ ਨੂੰ ਪੁੱਛਦੇ ਹੀ ਕੋਈ ਨਹੀਂ। ਅੱਛਾ, ਮਲਿਕਾ ਨੂੰ ਬਚਪਨ ਤੋਂ ਸ਼ੌਂਕ ਸੀਗਾ ਚੈਸ ਦਾ? ਕਿਵੇਂ ਪ੍ਰੈਕਟਿਸ ਕਿਸ ਤੋਂ ਸਿੱਖੀ ਹੈ, ਕਿਵੇਂ ਕੋਚਿੰਗ? ਮਲਿਕਾ ਨੂੰ ਨਹੀਂ ਸੀ ਚੈਸ ਦਾ। ਇਹ ਆਮ ਬੱਚਿਆਂ ਵਾਂਗਰ ਜਿਸ ਤਰ੍ਹਾਂ ਡਾਂਸ ਕੰਪੀਟੀਸ਼ਨ ਜਾਂ ਡਰਾਇੰਗ ਕੰਪੀਟੀਸ਼ਨ ਜਾਂ ਮਾਡਲਿੰਗ ਕੰਪੀਟੀਸ਼ਨ, ਇਹਦਾ ਉਧਰ ਰੁਝਾਨ ਸੀਗਾ। ਬਸ ਅਸੀਂ ਜਸਟ ਇੱਕ ਗੇਮ ਲਿਆ ਕੇ ਰੱਖੀ ਹੋਈ ਸੀ ਕਿ ਬੱਚਾ ਖੇਡਦਾ ਰਵੇ, ਥੋੜਾ ਬਹੁਤ ਟਾਈਮ ਪਾਸ ਹੋ ਜਾਂਦਾ, ਜਿਸ ਤਰ੍ਹਾਂ ਭੈਣ ਭਰਾ ਦੋਨੇ ਖੇਡਦੇ ਰਹਿਣ। ਬੈਡਮਿੰਟਨ ਵੀ ਖੇਡਦੀ ਸੀ, ਬੜਾ ਕੁਝ ਖੇਡਦੀ ਰਹਿੰਦੀ ਸੀਗੀ। ਤੇ ਇਹ 10th ਦੇ ਵਿੱਚ ਜਦੋਂ ਸੀਗੀ, ਇੰਨੀ ਵੱਡੀ ਹੋ ਕੇ ਇਹਨੇ 15 ਸਾਲ ਦੀ ਹੋ ਕੇ ਇਹਨੇ ਚੈਸ ਗੇਮ ਦੇ ਵਿੱਚ ਆਪਣਾ ਕਦਮ ਰੱਖਿਆ ਔਰ ਇਹਨੂੰ ਉਸ ਟਾਈਮ ਤੇ ਉੱਤੇ ਮੈਂ ਸਭ ਨੂੰ ਦੱਸਣਾ ਚਾਹੁੰਦੀ ਕਿ ਇਹਨੂੰ ਕੁਝ ਵੀ ਨਹੀਂ ਸੀ ਪਤਾ, ਸਿਰਫ ਇਹੀ ਪਤਾ ਸੀ ਕਿ ਘੋੜਾ ਇਹ ਮੂਵ ਚੱਲਦਾ ਹੈ, ਬਿਸ਼ਪ ਇਹ ਮੂਵ ਚੱਲਦਾ ਹੈ ਔਰ ਪੌਨ ਇਹ ਮੂਵ ਚੱਲਦਾ ਹੈ, ਬਸ ਇਸ ਤੋਂ ਵੱਧ ਨਹੀਂ ਸੀ। ਬਟ ਇਹਨੇ ਆਪਣੇ ਦਿਮਾਗ ਦੇ ਹੀ ਘੋੜੇ ਦੌੜਾਉਂਦੀ ਰਹਿੰਦੀ ਸੀ ਕਿ ਮੈਂ ਉਹਨੇ ਅਟੈਕ ਕੀਤਾ ਤੇ ਮੈਂ ਅੱਗੋਂ ਕੀ ਕਰਨਾ ਹੈ, ਮੈਂ ਉਹਦਾ ਆਨਸਰ ਕੀ ਦੇਣਾ ਔਰ ਆਪਣੇ ਆਪ ਨੂੰ ਸੇਵ ਕਿਸ ਤਰ੍ਹਾਂ ਰੱਖਣਾ ਹੈਗਾ। ਬਸ ਇਸੇ ਗੇਮ ਨੂੰ ਕਰਦੇ ਕਰਦੇ ਮਲਿਕਾ ਅੱਜ ਇਸ ਲੈਵਲ ਤੇ ਪਹੁੰਚ ਗਈ। ਸੁਪਰਸਟਾਰ ਹੈ ਮਲਿਕਾ, ਇੰਟਰਨੈਸ਼ਨਲ ਪਲੇਅਰ ਹੈ, ਦੇਸ਼ ਦਾ ਮਾਣ ਹੈ ਇਹ ਸਾਡੀ ਭੈਣ, ਜਿਸ ਨੇ ਬਹੁਤ ਸਾਰੇ ਮੈਡਲ ਦੇਸ਼ ਦੀ ਝੋਲੀ ਤਾਂ ਪਾਤੇ, ਪਰ ਅੱਜ ਜਦੋਂ ਝੋਲੀ ਅੱਡ ਕੇ ਸਰਕਾਰ ਦੇ ਦਰਬਾਰੇ ਨੌਕਰੀ ਲੈਣ ਗਈ ਤਾਂ ਜਵਾਬ ਤੁਸੀਂ ਸੁਣਿਆ ਉਹਨਾਂ ਦੇ ਮਾਤਾ ਜੀ ਤੋਂ, ਵੀ ਇੱਕਦਮ ਫਾਈਲ ਬੰਦ ਕਰਕੇ ਸਿੱਧੇ ਤੌਰ ਦੇ ਉੱਤੇ ਕਹਿ ਦਿੱਤਾ ਵੀ ਸਾਡੇ ਕੋਲ ਇਸ ਕੈਟਾਗਰੀ ਦੇ ਵਿੱਚ ਕੁਝ ਨਹੀਂ ਹੈ। ਫਿਰ ਜੇ ਕੈਟਾਗਰੀ ਦੇ ਵਿੱਚ ਕੁਝ ਨਹੀਂ ਹੈ ਤਾਂ ਕੈਟਾਗਰੀ ਬਣਾਈ ਕਿਉਂ ਹੈ? ਕਿਉਂ ਕੰਪੀਟੀਸ਼ਨਸ ਵਾਰ-ਵਾਰ ਇੱਦਾਂ ਦੇ ਕਰਵਾਏ ਜਾਂਦੇ ਨੇ? ਕਿਉਂ ਬੱਚਿਆਂ ਨੂੰ ਇੱਕ ਟਾਈਮ 'ਤੇ ਇਹ ਦਿਲਾਸੇ ਦਿੱਤੇ ਜਾਂਦੇ ਨੇ ਵੀ ਤੁਸੀਂ ਆਓ, ਗੇਮ ਦੇ ਵਿੱਚ ਆਓ, ਖੇਡੋ, ਅਸੀਂ ਤੁਹਾਨੂੰ ਦੂਸਰੇ ਪਲੇਅਰਾਂ ਵਾਂਗ ਸਹੂਲਤਾਂ ਦੇਵਾਂਗੇ, ਤੁਹਾਡੀ ਜੋ ਬਣਦਾ ਹੱਕ ਹੈ ਉਹ ਦੇਵਾਂਗੇ। ਪਰ ਜਦੋਂ ਸੱਚਾਈ, ਜਦੋਂ ਗਰਾਊਂਡ ਲੈਵਲ ਦੇ ਉੱਤੇ ਜਦੋਂ ਕੋਈ ਖਿਡਾਰੀ ਫਿਰ ਆਪਣੇ ਮੈਡਲਾਂ ਦਾ ਥੱਬਾ ਲੈ ਕੇ, ਸਰਟੀਫਿਕੇਟਾਂ ਦਾ ਥੱਬਾ ਲੈ ਕੇ ਸਰਕਾਰ ਦੇ ਕੋਲ ਜਾਂਦਾ ਹੈ ਤਾਂ ਉਸ ਦਾ ਜਵਾਬ ਕਿਸ ਤਰੀਕੇ ਨਾਲ ਸਰਕਾਰ ਦਿੰਦੀ ਹੈ ਤੁਸੀਂ ਖੁਦ ਸੁਣਿਆ ਵੀ ਹੈ। ਅੰਕਲ, ਬਹੁਤ ਜਿਹੜੀ ਹੈ ਇਹ ਗੇਮ ਵੀ ਥੋੜ੍ਹੀ ਮਹਿੰਗੀ ਵੀ ਹੈ, ਜਿਵੇਂ ਦੂਸਰੀ ਕੰਟਰੀਜ਼ ਦੇ ਵਿੱਚ ਵੀ ਜਾਣਾ ਹੈ ਤਾਂ ਫਿਰ ਉਹ ਖਰਚਾ ਵੀ ਕੋਲੋਂ ਲਗਾਉਣਾ ਪੈਂਦਾ ਸੀਗਾ। ਦੇਖੋ ਜੀ, ਜਿੱਥੇ ਤੱਕ ਆਪਣੇ ਦੇਸ਼ ਦਾ ਸੰਬੰਧ ਹੈਗਾ, ਜਾਂ ਆਪਾਂ ਸਟੇਟ 'ਚ ਕਿਤੇ ਖੇਡਣ ਜਾਂਦੇ ਸੀ ਕਿਤੇ ਵੀ, ਕਿਉਂਕਿ ਜਿਸ ਤਰ੍ਹਾਂ ਇਹ 10 ਨੈਸ਼ਨਲ ਖੇਡੀਏ ਨਾਰਮਲ ਲੈਵਲ ਤੇ ਔਰ 7 ਵਾਰੀ ਆਪਣੀ ਕੈਟਾਗਰੀ 'ਚ ਵੀ ਖੇਲੀਏ, ਇਹ ਸਾਰਾ ਖਰਚਾ ਅਸੀਂ ਆਪ ਖੁਦ ਕੀਤਾ ਸਾਰਾ। ਅੱਛਾ ਜੀ। ਹਰ ਵਾਰੀ ਕਿਤੇ ਉੱਥੇ ਜਾ ਕੇ ਹੋਟਲ 'ਚ ਸਟੇ ਵੀ ਕੀਤਾ ਵਾ, ਜਾਂ ਟ੍ਰੇਨ ਤੇ ਜਾਂ ਬਾਈ ਏਅਰ ਕਿਸੇ ਵੀ ਤਰੀਕੇ ਅਸੀਂ ਗਏ ਆ, ਉਹ ਸਾਰੇ ਅਸੀਂ ਆਪਣੇ ਖਰਚੇ ਤੇ ਕੀਤੇ ਨੇ। ਸਾਨੂੰ ਸਾਰਾ ਖਰਚਾ ਆਪ ਲੈਂਦੇ ਨੇ, ਸਾਡੀ ਕਿਸੇ ਵੀ ਸਰਕਾਰ ਨੇ ਇੱਕ ਪੈਸੇ ਦੀ ਮਦਦ ਨਹੀਂ ਕੀਤੀ। ਅੱਛਾ, ਨਾਰਮਲ ਲੋਕਾਂ ਦੇ ਨਾਲ ਵੀ ਕੰਪੀਟੀਸ਼ਨ ਕੀਤੇ ਨੇ, ਮੈਚ ਖੇਡੇ ਨੇ ਇਹਨਾਂ ਨੇ? ਬਿਲਕੁਲ, ਬਹੁਤ ਵਾਰੀ ਕੀਤਾ ਜੀ। ਮੈਂ ਤੁਹਾਨੂੰ ਸਭ ਦੱਸ ਰਹੇ ਸੀ ਵੀ ਇਹਨੇ 10 ਨਾਰਮਲ ਨੈਸ਼ਨਲ ਖੇਲੇ ਨੇ। ਅੱਛਾ। ਮੇਰੇ ਖਿਆਲ 'ਚ ਕਿਸੇ ਨਾਰਮਲ ਪਲੇਅਰ ਨੇ ਵੀ ਇੰਨੇ ਸ਼ਾਇਦ ਨਹੀਂ ਖੇਲੇ ਹੋਣਗੇ। ਔਰ ਇਹ ਬੜੀ ਖੁਸ਼ੀ ਦੀ ਗੱਲ ਹੈ, ਇਹ ਨਾਰਮਲ ਵਿੱਚ ਪੰਜਾਬ ਦੀ ਵਿਨਰ ਵੀ ਰਹੀ ਹੈ। ਇਹਨੇ 골ਡ ਮੈਡਲ ਪੰਜਾਬ ਦੇ ਨਾਰਮਲ ਬੱਚਿਆਂ ਦੇ ਵਿੱਚੋਂ ਵੀ ਜਿੱਤਿਆ ਹੋਇਆ ਵਾ। ਅੱਛਾ, ਹਾਂਜੀ। ਤਾਂ ਇਹ ਬਹੁਤ ਵੱਡੀ ਉਪਲਬਧੀ ਹੈ ਮਲਿਕਾ ਦੀ, ਕਿ ਸਧਾਰਨ, ਚਲੋ ਮੈਨੂੰ ਲੱਗਦਾ ਹੈ ਵੀ ਸਾਡੇ ਸਾਰਿਆਂ ਨਾਲੋਂ ਕਿਤੇ ਜ਼ਿਆਦਾ ਦਿਮਾਗ ਰੱਬ ਨੇ ਇਹਨਾਂ ਨੂੰ ਬਖਸ਼ਿਆ ਹੈ। ਸੈਂਸਿਸ ਇੰਨੀਆਂ ਤੇਜ਼ ਨੇ ਕਿ ਜੋ ਸ਼ਾਇਦ ਸਾਡੀ ਸਧਾਰਨ ਅੱਖ ਨਹੀਂ ਦੇਖ ਪਾਉਂਦੀ, ਸਧਾਰਨ ਕੰਨ ਆਪਾਂ ਨਹੀਂ ਸੁਣ ਪਾਉਂਦੇ, ਉਹ ਇਹ ਚੀਜ਼ਾਂ ਸੈਂਸਿਸ ਤੋਂ ਮਹਿਸੂਸ ਕਰ ਲੈਂਦੇ ਨੇ। ਔਰ ਚੈਸ ਵਰਗੀ ਗੇਮ ਦੇ ਵਿੱਚ ਇੰਨੇ ਮੈਡਲ ਜਿੱਤਣੇ, ਮਾਫ ਕਰਨਾ, ਉਹ ਬਹੁਤ ਕਿਤੇ ਨਾ ਕਿਤੇ ਵੱਡੀ ਗੱਲ ਹੈ, ਬਹੁਤ ਟਫ ਗੇਮ ਹੈ। ਅੱਛਾ ਮਲਿਕਾ, ਅੱਗੇ ਕੋਸ਼ਿਸ਼ ਕਰੋਗੇ ਨੌਕਰੀ ਲਈ ਕਾਨੂੰਨੀ ਰਾਹ ਦੇ ਉੱਤੇ ਜਾਣਾ ਪਿਆ, ਜਾਂ ਗੇਮ ਨੂੰ ਕਿਸ ਤਰੀਕੇ ਦੇ ਨਾਲ ਲਾਓਗੇ? ਹੁਣ ਗੇਮ ਤੋਂ ਮਨ ਨਿਰਾਸ਼ ਤਾਂ ਨਹੀਂ ਹੁੰਦਾ? ਚੈਸ ਗੇਮ ਲਈ ਤੂੰ ਸੋਚਦੀ ਛੱਡ ਦੇਣੀ ਚੈਸ? ਕਹਿ ਰਹੀ ਹੈ ਕਿ ਮੈਂ ਕੁਝ ਦੱਸ ਨਹੀਂ ਸਕਦੀ ਹੈਗੀ, ਮੈਂ ਇਸ ਟਾਈਮ ਤੇ ਬਹੁਤ ਜ਼ਿਆਦਾ ਡਿਪਰੈਸਡ ਹੋਈ ਹਾਂ, ਮੇਰੇ ਕੋਲ ਗੱਲ ਹੀ ਨਹੀਂ ਹੋ ਰਹੀ। ਠੀਕ ਹੈ, ਕਹਿੰਦੀ
ਗੇਮ ਵੱਲੋਂ ਮੈਨੂੰ ਬਹੁਤ ਪੈਸ਼ਨ ਹੁੰਦਾ ਸੀ ਕਿ ਮੈਂ ਖੇਡਦੀ ਸੀ, ਜੋ ਵੀ ਮੈਂ ਹਰ ਜਗ੍ਹਾ ਦੇ ਉੱਤੇ ਜਾ ਕੇ ਮੇਰੀ ਕੋਸ਼ਿਸ਼ ਹੁੰਦੀ ਸੀ ਕਿ ਮੈਂ ਮੈਡਲ ਲੈ ਕੇ ਆਵਾਂ। ਪਰ ਕਹਿੰਦੀ ਹੁਣ ਜਦੋਂ ਦੀ ਸਰਕਾਰ ਦੀ ਅਣਗਹਿਲੀ ਹੋ ਗਈ ਹੈ, ਹੁਣ ਮੈਨੂੰ ਸਮਝ ਹੀ ਨਹੀਂ ਆ ਰਹੀ ਕਿ ਮੈਂ ਫਿਊਚਰ ਦੇ ਵਿੱਚ ਕੀ ਕਰਾਂਗੀ ਔਰ ਕੀ ਨਹੀਂ ਕਰਾਂਗੀ, ਗੇਮ ਨੂੰ ਕੰਟੀਨਿਊ ਰੱਖ ਪਾਵਾਂਗੀ ਜਾਂ ਨਹੀਂ ਰੱਖ ਪਾਵਾਂਗੀ। ਕਹਿੰਦੀ ਇਸ ਟਾਈਮ ਦੇ ਉੱਤੇ ਮੇਰਾ ਦਿਮਾਗ ਕੁਝ ਵੀ ਕੰਮ ਨਹੀਂ ਕਰ ਰਿਹਾ, ਜਦੋਂ ਦਾ ਕੱਲ੍ਹ ਦਾ ਗਵਰਨਮੈਂਟ ਨੇ ਕਿਹਾ ਕਿ ਡੈਫ ਬੱਚਿਆਂ ਦਾ ਕੋਈ ਰਾਈਟ ਹੀ ਨਹੀਂ ਗਾ ਹੈਗਾ। ਕਹਿੰਦੀ ਜੇ ਮੈਂ ਮੰਨ ਲਓ ਕੰਟੀਨਿਊ ਵੀ ਕਰ ਲੈਂਦੀ ਹਾਂ, ਹੋਰ ਮੈਡਲ ਵੀ ਲੈ ਆਉਂਦੀ ਹਾਂ, ਉਹਨਾਂ ਮੈਡਲਾਂ ਦਾ ਵੀ ਇਹੀ ਹੋਣਾ ਹੈ ਜੋ ਹੁਣ ਹੋਇਆ। ਉਹਨਾਂ ਜਿਹੜੇ ਮੇਰੇ ਅੱਗੇ ਮੈਡਲ ਜਿੱਤੇ ਹੋਏ ਨੇ ਉਹਨਾਂ ਦੀ ਕੋਈ ਵੈਲਿਊ ਨਹੀਂ ਪਈ, ਤੇ ਜੇ ਮੈਂ ਅੱਗੋਂ ਵੀ ਹੋਰ ਵੀ ਖੇਡਾਂਗੀ, ਉਹ ਮੈਡਲ ਲੈ ਕੇ ਆਵਾਂਗੀ, ਉਹਨਾਂ ਦੀ ਵੀ ਕੋਈ ਵੈਲਿਊ ਨਹੀਂ ਪੈਣੀ ਹੈਗੀ। ਇਸ ਕਰਕੇ ਮੇਰਾ ਹੁਣ ਸਰਕਾਰ ਤੋਂ ਤੇ ਬਿਲਕੁਲ ਜ਼ਿਆਦਾ ਮਨ ਟੁੱਟ ਚੁੱਕਾ ਹੈ। ਅੱਛਾ, ਇੱਕ ਸਵਾਲ ਹੋਰ ਆਂਟੀ ਲਿਓ, ਜਿਵੇਂ ਕਿਹੜਾ ਇੰਟਰਨੈਸ਼ਨਲ ਪਲੇਅਰ ਹੈ ਚੈਸ ਦਾ ਜਿਨ੍ਹਾਂ ਦੇ ਨਾਲ ਇਹਨਾਂ ਦੇ ਕੰਪੀਟੀਸ਼ਨਸ ਵੀ ਹੋਏ ਨੇ, ਸਭ ਤੋਂ ਟਫ ਪਲੇਅਰ ਲੱਗਦਾ ਇਹਨਾਂ ਨੂੰ, ਜਾਂ ਸਭ ਤੋਂ ਬੈਸਟ ਜਿਹੜਾ ਇਹਨਾਂ ਦਾ ਮੈਚ ਹੋ ਰਿਹਾ ਹੋਊਗਾ, ਉਹ ਕਿਹੜਾ ਮੈਚ ਰਿਹਾ ਹੋਊਗਾ? ਸੁਭਾਵਿਕ ਤੌਰ 'ਤੇ ਤੁਹਾਡੇ ਨਾਲ ਵੀ ਜ਼ਿਕਰ ਕਰਦੇ ਹੋਊਗੇ ਟੂਰਨਾਮੈਂਟ ਤੋਂ ਆ ਕੇ, ਤਾਂ ਇਹ ਸਵਾਲ ਪੁੱਛੋ। ਕਹਿ ਰਹੀ ਕਿ ਯੂਕਰੇਨ ਦੇ ਪਲੇਅਰ ਹੈ, ਉਹ ਕਾਫੀ ਜ਼ਿਆਦਾ ਟਫ ਹੈਗੇ ਨੇ, ਬਹੁਤ ਜ਼ਿਆਦਾ ਉਹਨਾਂ ਦੇ ਨਾਲ ਕੰਪੀਟ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ ਜਦੋਂ ਵੀ ਅਸੀਂ ਉੱਥੇ ਜਾ ਕੇ ਖੇਡਦੇ ਹਾਂ, ਕਿਉਂਕਿ ਉਹਨਾਂ ਦੇ ਕੋਲ ਤੇ ਕੋਚ ਵੀ ਹੁੰਦੇ ਨੇ ਔਰ ਉਹਨਾਂ ਦੀ ਗਵਰਨਮੈਂਟ ਦੀ ਸਪੋਰਟ ਵੀ ਹੁੰਦੀ ਹੈ। ਪਰ ਮੇਰੇ ਕੋਲ ਨਾ ਤੇ ਕੋਈ ਕੋਚ ਹੁੰਦਾ ਹੈ ਔਰ ਨਾ ਹੀ ਕੋਈ ਮੈਨੂੰ ਆਪਣੀ ਗਵਰਨਮੈਂਟ ਦੀ ਸਪੋਰਟ ਹੁੰਦੀ ਹੈ। ਉਸ ਕਰਕੇ ਕਈ ਵਾਰੀ ਮੈਂ ਉਹਨਾਂ ਦੇ ਕੋਲੋਂ ਕਿ ਕਾਫੀ ਪਿੱਛੇ ਵੀ ਹੋਈਆਂ ਉਹਨਾਂ ਦੀਆਂ ਗੇਮਾਂ ਦੇ ਵਿੱਚ। ਪਰ ਮੈਂ ਆਪਣੀ ਗੇਮ ਦੇ ਲਈ ਜਿਹੜੀ ਸਪਿਰਿਟ ਹੈ, ਮੈਂ ਉਹਨੂੰ ਆਪਣਾ ਲਗਾਤਾਰ ਰੱਖਦੀ ਹਾਂ ਨਾਲ ਆਪਣੇ ਲੈ ਕੇ ਕਿ ਮੈਂ ਜਾਣਾ। ਚਲੋ ਫਸਟ ਤੇ ਮੈਂ ਉੱਥੋਂ ਨਹੀਂ ਲੈ ਸਕਦੀ, ਚਲੋ ਮੈਂ ਸੈਕਿੰਡ ਲੈ ਆਉਂਦੀ ਹਾਂ ਉੱਥੇ ਜਾ ਕੇ। ਕੰਪੀਟੀਸ਼ਨ ਤੇ ਮੈਂ ਉਹਨਾਂ ਨੂੰ ਦੇ ਹੀ ਰਹੀ ਹਾਂ ਨਾ ਆਪਣੇ ਲੈਵਲ ਤੇ। ਇਹੀ ਕਹਿ ਰਹੀ ਹੈ ਕਿ ਜੇ ਮੈਨੂੰ ਕਿਧਰੇ ਕੋਚ ਜਾਂ ਗਵਰਨਮੈਂਟ ਦੀ ਸਪੋਰਟ ਮਿਲਿਆ ਹੁੰਦਾ ਪ੍ਰੋਪਰ, ਤੇ ਅੱਜ ਕੀ ਗੱਲ ਹੈ ਕਿ ਮੈਂ ਵਰਲਡ ਦੇ ਉੱਤੇ ਜਾ ਕੇ ਆਪਣਾ ਪੰਜਾਬ ਦਾ ਝੰਡਾ ਉੱਥੇ ਜਾ ਕੇ ਫਹਰਾਉਣਾ ਸੀਗਾ ਕਿ ਮੈਂ ਦੇਖੋ ਪੰਜਾਬ ਦੀ ਇੱਕ ਧੀ ਹਾਂ, ਤੇ ਦੇਖੋ ਮੈਂ ਵਰਲਡ ਦੇ ਉੱਤੇ ਜਾ ਕੇ ਰਾਜ ਕਰਦੀ ਪਈ ਹਾਂ। ਕਹਿੰਦੀ ਮੇਰਾ ਇਹ ਸੁਪਨਾ ਹੈ ਕਿ ਮੈਂ ਪੰਜਾਬ ਦੀ ਧੀ ਹਾਂ, ਆਪਣਾ ਮੈਂ ਵਰਲਡ ਦੇ ਉੱਤੇ ਜਾ ਕੇ ਆਪਣਾ ਪੰਜਾਬ ਉੱਥੇ ਜਾ ਕੇ ਉਹਨਾਂ ਨੂੰ ਪਤਾ ਲੱਗੇ ਕਿ ਪੰਜਾਬੀ ਕਿਸੇ ਨਾਲ ਘੱਟ ਨਹੀਂ ਹੈਗੇ। ਪੰਜਾਬੀ ਇੱਕ ਵਾਰੀ ਜੇ ਠਾਣ ਲੈਂਦੇ ਆ ਆਪਣੀ ਲਾਈਫ ਦੇ ਵਿੱਚ ਕੁਝ, ਤੇ ਉਸ ਚੀਜ਼ ਨੂੰ ਫਿਰ ਕੋਈ ਰੋਕ ਨਹੀਂ ਸਕਦਾ ਹੈਗਾ। ਮਲਕਾ ਬਚਪਨ ਤੋਂ ਹੀ ਨਹੀਂ ਬੋਲ ਪਾਉਂਦੇ ਸੀਗੇ, ਸੁਣ ਪਾਉਂਦੇ? ਹਾਂਜੀ, ਇਹ ਬਚਪਨ ਤੋਂ ਹੀ ਇਸ ਤਰ੍ਹਾਂ ਹੀ ਹੈ। ਬਹੁਤ ਮੁਸ਼ਕਲਾਂ ਆਈਆਂ ਇਹਨੂੰ, ਪੜ੍ਹਾਈ ਲਈ ਵੀ, ਹਰ ਚੀਜ਼ ਲਈ ਸਾਨੂੰ ਵੀ ਬਹੁਤ ਆਈਆਂ ਨੇ। ਪਰ ਮੈਂ ਇੱਕੋ ਹੀ ਗੱਲ ਇਹੀ ਸੋਚੀ ਸੀ ਕਿ ਮੈਂ ਬੱਚੇ ਆਪਣੇ ਨੂੰ ਕੋਈ ਤੇ ਕੋਈ ਮੁਕਾਮ ਦੇ ਉੱਤੇ ਅਸੀਂ ਪਹੁੰਚਾਉਣਾ ਹੀ ਪਹੁੰਚਾਉਣਾ, ਕਿਉਂਕਿ ਇਹਨਾਂ ਬੱਚਿਆਂ ਦੀ ਸਟੱਡੀ ਵੀ ਬਹੁਤ ਮੁਸ਼ਕਲ ਹੁੰਦੀ ਹੈ। ਠੀਕ ਹੈ, ਇਹਨੇ ਗ੍ਰੈਜੂਏਸ਼ਨ ਕੀਤੀ ਹੈ, ਪਰ ਉਹ ਮੈਨੂੰ ਪਤਾ ਹੈ ਔਰ ਕਾਲਜ ਵਾਲਿਆਂ ਨੂੰ ਪਤਾ ਹੈ ਕਿ ਅਸੀਂ ਇਹਦੇ ਲਈ ਕਿਸ ਤਰ੍ਹਾਂ ਮਟੀਰੀਅਲ ਤਿਆਰ ਕੀਤਾ ਔਰ ਕਿਸ ਤਰ੍ਹਾਂ ਇਹਨੂੰ ਪੜ੍ਹਾਇਆ ਹੈ, ਕਿਸ ਤਰ੍ਹਾਂ ਇਹਨੂੰ ਸਮਝਾਇਆ ਹੈ, ਜੋ ਵੀ ਹੈ ਸਭ ਕੁਝ, ਔਰ ਜੋ ਇਹਨੇ ਜਾ ਕੇ ਗ੍ਰੈਜੂਏਸ਼ਨ ਕੰਪਲੀਟ ਕੀਤੀ ਹੈ। ਅਦਰਵਾਈਜ਼ ਇਹਨਾਂ ਬੱਚਿਆਂ ਲਈ ਬਹੁਤ ਟਫ ਹੈ ਪੜ੍ਹਾਈ, ਬਹੁਤ ਜ਼ਿਆਦਾ ਟਫ ਹੈ। ਇਹ ਤਾਂ ਚਲੋ ਇਹਦੀ ਮੈਥ ਬਹੁਤ ਵਧੀਆ ਸੀਗਾ 10th ਤੱਕ, ਤਾਂ ਕਰਕੇ ਇਹਦੀ ਗੇਮ ਵੀ ਕਾਫੀ ਉਹਦੇ ਵਿੱਚ ਅੱਛੀ ਹੋ ਗਈ ਇਸ ਕਰਕੇ। ਅੱਛਾ, ਮਲਕਾ ਨੂੰ ਪੁੱਛੋ, ਇੱਕ ਕਮੀ ਰਹੀ ਹੈ ਵੀ ਕੋਚ ਨਹੀਂ ਮਿਲਿਆ ਅੱਜ ਤੱਕ, ਤਾਂ ਕਈ ਵਾਰ ਕੰਪੀਟੀਸ਼ਨ ਤੋਂ ਸ਼ਾਇਦ ਕਿਤੇ ਨਿਰਾਸ਼ ਵੀ ਹੋਣਾ ਪੈਂਦਾ ਹੋਊਗਾ, ਤਾਂ ਮਲਿਕਾ ਦੇ ਮਾਈਂਡ ਦੇ ਵਿੱਚ ਇਹ ਗੱਲ ਹੈ ਵੀ ਮੈਂ ਖੁਦ ਕੋਚ ਬਣਾਂਗੀ ਆਉਣ ਵਾਲੇ ਸਮੇਂ ਦੇ ਵਿੱਚ, ਬੱਚਿਆਂ ਨੂੰ ਟ੍ਰੇਨਿੰਗ ਦੇਵਾਂਗੀ, ਮੈਂ ਇਸ ਗੇਮ ਦੇ ਵਿੱਚ ਬੱਚਿਆਂ ਨੂੰ ਆਉਣ ਵਾਸਤੇ ਉਤਸ਼ਾਹਿਤ ਵੀ ਕਰਾਂਗੀ? ਹਾਂਜੀ, ਹੈਗੀ ਆ ਉਹਦੇ ਮਨ ਦੇ ਵਿੱਚ। ਇੱਕ ਵਾਰ ਸਵਾਲ ਤੁਸੀਂ ਪੁੱਛੋ, ਕੀ ਜਵਾਬ ਦਿੰਦੇ? ਕੁਐਸਚਨ ਪੁੱਛਦੇ ਪਏ ਨੇ, ਕੋਚ ਤੈਨੂੰ ਗਵਰਨਮੈਂਟ ਨੇ ਨਹੀਂ ਦਿੱਤਾ, ਪਰ ਤੂੰ ਸੋਚਦੀ ਹੈ ਕੱਲ ਡੈਫ ਬੱਚਿਆਂ ਨੂੰ ਤੂੰ ਸਿਖਾਵੇਂ ਕੋਚ ਬਣ ਕੇ? ਮਲਿਕਾ ਕਹਿ ਰਹੀ ਹੈ ਕਿ ਜੇ ਮੈਨੂੰ ਗਵਰਨਮੈਂਟ ਜੋਬ ਦੇ ਦਿੰਦੀ, ਉਹੀ ਪੈਸੇ ਮੈਂ ਆਪਣੇ ਵਰਗੇ ਬੱਚਿਆਂ ਨੂੰ ਸਿਖਾਉਣ ਦੇ ਵਿੱਚ ਮੈਂ ਖਰਚ ਕਰਨੇ ਸੀ, ਕਿਉਂਕਿ ਮੇਰੇ ਪਾਪਾ ਕੋਲ ਹੁਣ ਇਸ ਟਾਈਮ ਤੇ ਇਹ ਨਹੀਂ ਹੈਗਾ ਕਿ ਉਹ ਇਨਵੈਸਟਮੈਂਟ ਮੇਰੇ ਲਈ ਇੰਨੀ ਜ਼ਿਆਦਾ ਕਰ ਸਕਣ। ਕਿਉਂਕਿ ਜੇ ਬੱਚੇ ਅਸੀਂ ਬਾਹਰੋਂ ਬੁਲਾਣੇ ਨੇ, ਪੂਰੇ ਪੰਜਾਬ 'ਚੋਂ ਬੁਲਾਵਾਂਗੇ, ਕਿੱਧਰੋਂ ਵੀ ਬੁਲਾਵਾਂਗੇ, ਉਹਨਾਂ ਦਾ ਰਹਿਣ ਦਾ, ਉਹਨਾਂ ਬੱਚਿਆਂ ਨੂੰ ਠਹਿਰਾਉਣਾ ਕਿੱਥੇ ਵੇ, ਉਹਨਾਂ ਨੂੰ ਜੇ ਕੋਚਿੰਗ ਮੈਂ ਦੇਣੀ ਹੈ, ਕਿਉਂਕਿ ਇਕੱਲੇ ਜਲੰਧਰ ਦੇ ਵਿੱਚ ਜ਼ਿਆਦਾ ਬੱਚੇ ਨਹੀਂ ਹੈਗੇ, ਕਿਉਂਕਿ ਇਹ ਇੱਕ ਚੁਣਨੇ ਪੈਣੇ ਨੇ ਬੱਚੇ ਕਿਹਨਾਂ ਨੂੰ ਇਸ ਗੇਮ ਦੇ ਲਈ ਲਗਾਵ ਹੈ। ਇਹ ਤਾਂ ਕਹਿੰਦੀ ਮੈਂ ਚੈੱਕ ਕਰਾਂਗੀ ਕਿਹੜੇ ਬੱਚੇ ਦੀ ਪੈਸ਼ਨ ਹੈਗਾ, ਕਿਉਂਕਿ ਇਹ ਪੈਸ਼ਨ ਹੀ ਬੱਚੇ ਨੂੰ ਅੱਗੇ ਲੈ ਕੇ ਜਾਂਦਾ ਹੈ। ਨਹੀਂ ਤਾਂ ਟਾਈਮ ਪਾਸ ਲਈ ਕੋਈ 10 ਦਿਨ ਲਈ ਆਏਗਾ, ਖੇਡ ਲੇਗਾ, ਉਹ ਚੀਜ਼ ਨਹੀਂ ਹੁੰਦੀ ਹੈਗੀ। ਇੱਕ ਪੈਸ਼ਨੇਟ ਬੱਚੇ ਲੱਭਣੇ ਨੇ, ਉਹਦੇ ਲਈ ਇੱਕ ਮੈਨੂੰ ਗਰਾਊਂਡ ਚਾਹੀਦੀ ਹੈ, ਮੈਨੂੰ ਉਹ ਬੱਚਿਆਂ ਨੂੰ ਠਹਿਰਾ
ਖਿਡਾਉਣ ਲਈ ਜਗ੍ਹਾ ਚਾਹੀਦੀ, ਉਹ ਬੱਚੇ ਮੈਂ ਬੁਲਾਵਾਂ, ਉਹਨਾਂ ਨੂੰ ਸਿਖਾਵਾਂ ਔਰ ਉਹਨਾਂ ਦੇ ਵਿੱਚੋਂ ਫਿਰ ਮੈਂ ਹੀਰੇ ਚੁਣਾ, ਬੱਚਿਆਂ ਦੇ ਵਿੱਚੋਂ ਸਿਲੈਕਸ਼ਨ ਕਰਾਂ। ਜਦ ਕਿ ਮੇਰੇ ਕੋਲ ਕੋਈ ਫਾਈਨੈਂਸ਼ੀਅਲ ਸਪੋਰਟ ਨਹੀਂ ਹੈਗੀ ਔਰ ਸਰਕਾਰ ਵੱਲੋਂ ਤੇ ਹੱਥ ਪੱਲਾ ਪਹਿਲਾਂ ਹੀ ਝਾੜਿਆ ਗਿਆ ਹੈ। ਇਹ ਮੇਰਾ ਮੈਨੂੰ ਲੱਗਦਾ ਹੈ ਕਿ ਸੁਪਨਾ ਜਿਹੜਾ ਹੈਗਾ ਕਿ ਉਹ ਸੁਪਨਾ ਮੈਨੂੰ ਹੁਣ ਪੂਰਾ ਹੁੰਦਾ ਨਜ਼ਰ ਨਹੀਂ ਆ ਰਿਹਾ। ਤਾਂ ਬਿਲਕੁਲ ਇੱਕ ਖਿਡਾਰਨ ਜੋ ਅੰਤਰਰਾਸ਼ਟਰੀ ਹੈ, ਜੋ ਸੁਪਰਸਟਾਰ ਹੈ ਚੈਸ ਜਿਹੜੀ ਖੇਡ ਹੈ ਉਹਦੇ ਵਿੱਚ, ਤਾਂ ਅੱਜ ਉਹ ਬੇਹੱਦ ਨਿਰਾਸ਼ਾ ਦੇ ਆਲਮ ਵਿੱਚ ਹੈ। ਨਿਰਾਸ਼ਾ ਇਸ ਕਰਕੇ ਕਿਉਂਕਿ ਦੇਸ਼ ਦੀ ਝੋਲੀ ਦੇ ਵਿੱਚ ਬਹੁਤ ਸਾਰੇ ਮੈਡਲ ਪਾਏ, ਦੇਸ਼ ਦਾ ਤਿਰੰਗਾ ਵੱਖ-ਵੱਖ ਦੇਸ਼ਾਂ ਦੇ ਵਿੱਚ ਲਹਿਰਾਇਆ, ਪਰ ਅੱਜ ਜਦੋਂ ਆਪਣੇ ਹੱਕ ਦੀ ਗੱਲ ਕਰਨ ਲੱਗੀ, ਜਦੋਂ ਆਪਣੇ ਕੀਤੀ ਹੋਈ ਮਿਹਨਤ ਦਾ ਫਲ ਸਰਕਾਰ ਤੋਂ ਮੰਗਣ ਗਈ ਤਾਂ ਹੱਥ ਨਿਰਾਸ਼ਾ ਲੱਗੀ ਹੈ। ਪਰ ਫਿਰ ਵੀ ਜਜ਼ਬਾ, ਹੌਸਲਾ ਪੂਰੇ ਪਰਿਵਾਰ ਦਾ ਬੁਲੰਦ ਹੈ ਔਰ ਮਲਿਕਾ ਹਾਂਡਾ ਇੰਟਰਨੈਸ਼ਨਲ ਸੁਪਰਸਟਾਰ ਪਲੇਅਰ ਨੇ, ਉਹਨਾਂ ਦੇ ਹੌਸਲੇ ਅੱਜ ਵੀ ਬੁਲੰਦ ਨੇ। ਕਹਿੰਦੇ ਵੀ ਜੇਕਰ ਸਰਕਾਰ ਨੌਕਰੀ ਦਿੰਦੀ ਤਾਂ ਮੇਰੀ ਸੋਚ ਇਹ ਸੀ ਵੀ ਮੈਂ ਉਸ ਕਮਾਈ ਦੇ ਨਾਲ ਬਹੁਤ ਸਾਰੇ ਬੱਚਿਆਂ ਨੂੰ ਟ੍ਰੇਨਿੰਗ ਦੇ ਸਕਦੀ ਸੀਗੀ, ਬੱਚਿਆਂ ਦਾ ਰਹਿਣ ਸਹਿਣ ਵੀ ਕਰ ਸਕਦੀ ਸੀ। ਪਰ ਦੁੱਖ ਹੈ ਕਹਿੰਦੇ ਵੀ ਮੈਨੂੰ ਸਰਕਾਰ ਨੇ ਨੌਕਰੀ ਦੀ ਜਦੋਂ ਦੇਣ ਦੀ ਗੱਲ ਆਈ ਤਾਂ ਸਰਕਾਰ ਨੇ ਹੱਥ ਪਿੱਛੇ ਖਿੱਚ ਲਏ ਨੇ। ਤਾਂ ਸਾਡੀ ਵੀ ਅਪੀਲ ਇਹੀ ਹੈ ਸਰਕਾਰ ਨੂੰ ਕਿ ਜੇਕਰ ਅਜਿਹੇ ਹੀਰੇ ਤੁਸੀਂ ਨਹੀਂ ਸਾਂਭੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸੂਬੇ ਦੇ ਵਿੱਚ ਜਾਂ ਦੇਸ਼ ਦੇ ਵਿੱਚ ਖੇਡਾਂ ਦਾ ਭਵਿੱਖ ਕਿਸ ਕਦਰ ਜਿਹੜਾ ਉਹ ਖਤਰੇ ਦੇ ਵਿੱਚ ਹੋ ਸਕਦਾ, ਉਸ ਦਾ ਅੰਦਾਜ਼ਾ ਤੁਸੀਂ ਖੁਦ ਲਗਾ ਸਕਦੇ ਹੋ। ਹਾਲਾਂਕਿ ਤੁਸੀਂ ਇਹ ਵੀ ਦਾਅਵਾ ਤੇ ਵਾਅਦਾ ਕਰਦੇ ਹੋ ਕਿ ਅਸੀਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਖੇਡਾਂ ਵਾਲੇ ਪਾਸੇ ਲਾਵਾਂਗੇ, ਪਰ ਜੇਕਰ ਖਿਡਾਰੀਆਂ ਦੇ ਨਾਲ ਅਜਿਹਾ ਵਤੀਰਾ ਹੋਏਗਾ ਤਾਂ ਜਵਾਨੀ ਖੇਡਾਂ ਵਾਲੇ ਪਾਸੇ ਆਊਗੀ ਜਾਂ ਨਹੀਂ ਆਊਗੀ, ਇਸ ਦਾ ਅੰਦਾਜ਼ਾ ਤੁਸੀਂ ਖੁਦ ਲਗਾ ਸਕਦੇ ਹੋ। ਤਾਂ ਇਹ ਮੁਲਾਕਾਤ ਤੁਹਾਡੇ ਨਾਲ ਕਰਵਾਉਣ ਦਾ ਸਾਡਾ ਇੱਕੋ ਇੱਕ ਮਕਸਦ ਸੀਗਾ ਕਿ ਪੰਜਾਬ ਦੀ ਉਸ ਹੋਣਹਾਰ ਧੀ ਨੂੰ ਤੁਹਾਡੇ ਰੂਬਰੂ ਕਰੀਏ ਜਿਸ ਨੇ ਦੇਸ਼ ਦੇ ਲਈ ਬਹੁਤ ਕੁਝ ਕੀਤਾ, ਜਿਸ ਦਾ ਦਿਮਾਗ ਇੰਨਾ ਤੇਜ਼ ਹੈ ਕਿ ਉਸਨੇ ਵੱਡੇ ਵੱਡੇ ਇੰਟਰਨੈਸ਼ਨਲ ਪਲੇਅਰਾਂ ਨੂੰ ਮਾਤ ਦੇ ਦਿੱਤੀ, ਪਰ ਅੱਜ ਉਹ ਖੁਦ ਆਪਣੇ ਹੱਕਾਂ ਦੇ ਲਈ ਸੰਘਰਸ਼ ਦੇ ਰਾਹ 'ਤੇ ਤੁਰਨ ਦੇ ਲਈ ਮਜਬੂਰ ਹੋਈ ਹੈ। ਫਿਲਹਾਲ ਕੈਮਰਾਮੈਨ ਵਰਿੰਦਰ ਮਹਿਰਾ ਦੇ ਨਾਲ ਸੁਖਵਿੰਦਰ ਸਿੰਘ, ਹਮਦਰਦ TV, ਜਲੰਧਰ।